ਇਹੀ ਸਵਾਲ ਮਨ ਦੇ ਵਿੱਚ ਆ ਰਿਹਾ ਕਿ ਭਾਰਤ ਦੀ ਕੌਮੀ ਭਾਸ਼ਾ ਹੈ। हिंदी मर रही है, उत्तर प्रदेश मर रही है, हरियाणा च मर रही है और अंग्रेजी हिंदी ਨੂੰ ਉਹਦੇ ਘਰ ਚੋਂ ਬਾਹਰ ਕੱਢ ਰਹੀ ਹੈ। ਜੇ ਤੁਹਾਨੂੰ ਹਿੰਦੀ ਦੀ ਚਿੰਤਾ ਤੇ ਸਭ ਤੋਂ ਪਹਿਲਾਂ ਹਿੰਦੀ ਨੂੰ ਉੱਥੇ ਬਚਾ ਲਓ, ਉਸ ਤੋਂ ਬਾਅਦ ਦੂਜੀਆਂ ਗੱਲਾਂ ਬਾਰੇ ਸੋਚੋ। ਜੇ ਵੇਖਿਆ ਜਾਏ ਤੇ ਅਜੈ ਦੇਵਗਨ ਕੋਈ ਸਧਾਰਨ ਵਿਅਕਤੀ ਨਹੀਂ ਹਨ, ਕੋਈ ਉਹ ਅਜਿਹਾ ਵਿਅਕਤੀ ਨਹੀਂ ਹਨ ਜਿਹਨਾਂ ਨੂੰ ਜਾਣਕਾਰੀ ਨਾ ਹੋਵੇ ਤੇ ਜਾਂ ਉਹ ਜਿਹੜਾ ਹੈ ਉਹ ਜਾਣਬੁੱਝ ਕੇ ਇੱਕ ਸ਼ਰਾਰਤੀਪੂਰਨ ਢੰਗ ਦੇ ਨਾਲ ਇਹ ਗੱਲ ਕਰ ਰਹੇ ਨੇ। ਰਾਸ਼ਟਰੀ ਭਾਸ਼ਾ ਬਣਾਉਣ ਦਾ ਮਤਲਬ ਹੈ ਜਾਂ ਕਿਸੇ ਇੱਕ ਭਾਸ਼ਾ ਨੂੰ ਰਾਸ਼ਟਰੀ ਦਰਜਾ ਦੇਣ ਦਾ ਮਤਲਬ ਹੈ ਕਿ ਆਪਾਂ ਦੂਜੀਆਂ ਭਾਸ਼ਾਵਾਂ ਦਾ ਦਰਜਾ ਛੋਟਾ ਕਰ ਰਹੇ ਹਾਂ। ਜੇ ਕੋਈ ਭਾਸ਼ਾ ਬਹੁਤ ਵੱਡੇ ਪੱਧਰ ਤੇ ਬੋਲੀ ਜਾਂਦੀ ਹੈ, ਉਹਨੂੰ ਬੋਲਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਹੋਣ, ਫਿਰ ਵੀ ਉਹਨੂੰ ਨਹੀਂ ਕੌਮੀ ਭਾਸ਼ਾ ਬਣਾਇਆ ਜਾ ਸਕਦਾ। ਜਿੰਨਾ ਸਮਾਨ ਭਾਰਤ ਦਾ ਦੁਨੀਆ ਵਿੱਚ ਵਿਕਦਾ ਸੀ ਅੱਜ ਤੋਂ 200-300 ਸਾਲ ਪਹਿਲਾਂ ਕਿਸੇ ਦੇਸ਼ ਦਾ ਨਹੀਂ ਸੀ ਵਿਕਦਾ। ਕੀ ਭਾਰਤ ਦੀ ਸਰਕਾਰ ਨੇ ਕੋਈ ਸੰਪਰਕ ਭਾਸ਼ਾ ਬਣਾ ਲਈ ਸੀ? ਭਾਰਤ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਕਿ ਹਿੰਦੀ ਰਾਸ਼ਟਰ ਭਾਸ਼ਾ, ਹਿੰਦੂ ਰਾਜ ਭਾਸ਼ਾ ਬਣਾਇਆ ਗਿਆ। ਉਹਦੇ ਪਿੱਛੇ ਇੱਕ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਹਿੰਦੀ ਬਹੁਤ ਲੋਕ ਜਾਣਦੇ ਨੇ। ਪਹਿਲੀ ਗੱਲ ਤਾਂ ਇਹ ਗੱਲ ਹੀ ਝੂਠ ਹੈ। ਜਿਹੜਾ ਇਹ ਮਸਲਾ ਹੈ, ਮੁੱਦਾ ਹੈ, ਇਹਦੇ ਤੇ ਕਰਨਾਟਕਾ ਦੇ ਲੀਡਰ ਬੋਲੇ ਨੇ, ਪੰਜਾਬ ਦਾ ਕੋਈ ਲੀਡਰ ਇਸ ਤੇ ਬੋਲਿਆ ਨਹੀਂ, ਚਾਹੇ ਕੋਈ ਵਿਰੋਧੀ ਧਿਰ ਦਾ ਹੋਵੇ ਚਾਹੇ ਸੱਤਾ ਧਿਰ ਦਾ ਹੋਵੇ। ਕੀ ਕਾਰਨ ਹੈ ਕਿ ਇੰਨੇ ਇਹ ਮੁੱਦਾ ਇੰਪੋਰਟੈਂਟ ਨਹੀਂ ਲੱਗਦਾ ਸਾਡੇ ਲੀਡਰਾਂ ਨੂੰ? ਅਸਲ ਮਨਸ਼ਾ ਇਹ ਹੈ ਕਿ ਦੂਜੀਆਂ ਭਾਸ਼ਾਵਾਂ ਨੂੰ ਹਿੰਦੀ ਦੇ ਰਾਹੀਂ ਖਤਮ ਕਰਨਾ, ਹਿੰਦੀ ਨੂੰ ਥੋਪ ਕੇ ਅਸਲ ਮਨਸ਼ਾ ਹੈ। ਵਿਖਾਉਂਦੇ ਨੇ ਵੀ ਅਸੀਂ ਚਿੰਤਾ ਕਰ ਰਹੇ ਹਾਂ, ਚਿੰਤਾ ਉਹਨਾਂ ਨੂੰ ਹੈ ਨਹੀਂ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਖਾਲਸ ਮੁੱਦਾ ਦੇ ਨਾਲ। ਮੈਂ ਤੁਹਾਡੇ ਸਭ ਨਾਲ ਹਰਸ਼ਰਨ ਕੌਰ। ਭਾਸ਼ਾ ਦਾ ਮਸਲਾ ਚੱਲ ਰਿਹਾ ਹੈ, ਭਾਸ਼ਾ ਦੀ ਬੜੀ ਚਰਚਾ ਹੋ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਲੈ ਕੇ। ਇੱਕ ਖੋਜ ਹੋਈ ਹੈ ਦੁਨੀਆ ਦੇ ਵਿੱਚ ਕਿ ਜਿਹੜਾ ਇਨਸਾਨ ਜਾਂ ਫਿਰ ਜਿਹੜਾ ਬੱਚਾ, ਜਿਹੜਾ ਵੀ ਮਨੁੱਖ ਹੈ, ਉਹ ਆਪਣੀ ਮਾਂ ਭਾਸ਼ਾ ਨੂੰ ਜੇ ਚੰਗੇ ਤਰੀਕੇ ਦੇ ਨਾਲ ਨਹੀਂ ਜਾਣਦਾ, ਜੇ ਉਹਦਾ ਚੰਗਾ ਜਾਣੂ ਨਹੀਂ ਹੈਗਾ, ਤਾਂ ਉਹ ਦੂਸਰੀਆਂ ਭਾਸ਼ਾਵਾਂ ਵੀ ਨਹੀਂ ਸਿੱਖ ਸਕਦਾ, ਉਹਦੇ ਵਿੱਚ ਵੀ ਪਰਪੱਕ ਨਹੀਂ ਹੋ ਸਕਦਾ। ਤੇ ਇਹ ਖੋਜ ਕੀਤੀ ਹੈ ਡਾਕਟਰ ਜੋਗਾ ਸਿੰਘ ਨੇ। ਡਾਕਟਰ ਜੋਗਾ ਸਿੰਘ ਪੰਜਾਬ ਤੋਂ ਨੇ ਤੇ ਡਾਕਟਰ ਜੋਗਾ ਸਿੰਘ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਤੇ ਅਸੀਂ ਖਾਸ ਤੌਰ ਤੇ ਗੱਲ ਕਰਾਂਗੇ ਜੋ ਅੱਜ ਕੌਮੀ ਭਾਸ਼ਾ ਹੈ ਜਾਂ ਨਹੀਂ ਹੈ ਭਾਰਤ ਦੀ, ਉਸ ਨੂੰ ਲੈ ਕੇ ਜੋ ਮਸਲਾ ਚੱਲ ਰਿਹਾ ਹੈ, ਉਸਦੇ ਉੱਤੇ ਕਿੰਨੇ ਸਵਾਲ ਖੜੇ ਹੋ ਰਹੇ ਨੇ, ਅਸਲ ਦੇ ਵਿੱਚ ਇਹ ਸਭ ਚੱਲ ਕਿਉਂ ਰਿਹਾ ਹੈ, ਮਨਸ਼ਾ ਕੀ ਹੈ, ਸਾਰੀ ਆਪਾਂ ਗੱਲਬਾਤ ਕਰਾਂਗੇ। ਡਾਕਟਰ ਜੋਗਾ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਟੂਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਜੋਗਾ ਸਿੰਘ ਬਾਰੇ ਮੈਂ ਥੋੜਾ ਜਿਹਾ ਸਾਨੂੰ ਦੱਸ ਦਿੰਦੀ ਹਾਂ ਕਿ PhD ਲੈਂਗੁਏਜ ਦੇ ਉੱਤੇ ਉਹਨਾਂ ਨੇ, ਭਾਸ਼ਾਵਾਂ ਦੇ ਉੱਤੇ PhD ਕੀਤੀ ਹੋਈ ਹੈ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਰਹੇ ਨੇ ਅਤੇ ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਮੁਖੀ ਰਹੇ ਨੇ ਤੇ ਹੋਰ ਵੀ ਬਹੁਤ ਸਾਰੇ ਕਾਲਜਾਂ ਦੇ ਵਿੱਚ ਉਹ ਸੇਵਾਵਾਂ ਦਿੰਦੇ ਰਹੇ ਨੇ। ਤੇ ਇਹ ਜਿਹੜਾ ਭਾਸ਼ਾ ਨੂੰ ਲੈ ਕੇ ਜਿਹੜੀ ਖੋਜ ਦੀ ਮੈਂ ਗੱਲ ਕੀਤੀ ਹੈ, ਪੈਂਫਲੇਟ ਛਪਿਆ ਸੀ ਤੇ ਦੁਨੀਆ ਦੀਆਂ ਕਈ 12-13 ਭਾਸ਼ਾਵਾਂ ਦੇ ਵਿੱਚ ਉਸ ਪੈਂਫਲੇਟ ਦਾ ਅਨੁਵਾਦ ਹੋਇਆ ਹੈ ਜੋ ਉਹਨਾਂ ਨੇ ਕਿਤਾਬਚਾ ਛਾਪਿਆ ਸੀ। ਸੋ ਡਾਕਟਰ ਸਾਹਿਬ, ਜਿਹੜੀ ਇਹ ਬਹਿਸ ਚੱਲ ਰਹੀ ਹੈ ਭਾਸ਼ਾ ਦੇ ਮੁੱਦੇ ਤੇ, ਜਿਹਦੇ ਵਿੱਚ ਹੁਣ ਸਿਆਸੀ ਲੀਡਰ ਵੀ ਇਨਵੋਲਵ ਹੋ ਚੁੱਕੇ ਨੇ, ਇਹਦੇ ਵਿੱਚ ਐਂਟਰੀ ਸਭ ਦੀ ਹੋ ਚੁੱਕੀ ਹੈ। ਸਭ ਤੋਂ ਪਹਿਲਾਂ ਇਹੀ ਸਵਾਲ ਮਨ ਦੇ ਵਿੱਚ ਆ ਰਿਹਾ ਕਿ ਭਾਰਤ ਦੀ ਕੌਮੀ ਭਾਸ਼ਾ ਹੈ? ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਖਾਲਸ ਟੀਵੀ ਦਾ ਔਰ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਕਿ ਇਸ ਮਾਮਲੇ ਤੇ ਆਪਾਂ ਗੱਲ ਕਰਾਂਗੇ। ਤਾਂ ਜਿਹੜਾ ਤੁਸੀਂ ਸਵਾਲ ਕੀਤਾ ਕੌਮੀ ਭਾਸ਼ਾ ਦਾ, ਤਾਂ ਇਹ ਗੱਲ ਜਿਹੜੀ ਛਿੜੀ ਹੈ ਅਜੈ ਦੇਵਗਨ ਜੀ ਦੇ ਤੇ ਉਹ ਦੱਖਣ ਦੇ ਜਿਹੜੇ ਆਪਣੇ ਇੱਕ ਕਲਾਕਾਰ ਨੇ ਉਹਨਾਂ ਦੇ ਆਪਸੀ ਗੱਲਬਾਤ ਤੋਂ ਛਿੜੀ ਹੈ। ਜੀ ਤਾਂ ਇਹ ਸਵਾਲ ਜਿਹੜਾ ਹੈ ਬਹੁਤ ਇਹਦੀਆਂ ਬਹੁਤ ਪਰਤਾਂ ਨੇ ਔਰ ਬਹੁਤ ਕੁਝ ਸਾਨੂੰ ਦੱਸਦਾ ਵੀ ਹੈ ਜਿਹੜਾ ਸਾਨੂੰ ਜਾਣਨ ਦੀ ਲੋੜ ਹੈ। ਸਭ ਤੋਂ ਪਹਿਲੀ ਗੱਲ ਤੇ ਹੈ ਕਿ ਕੀ ਭਾਰਤ ਦੀ ਕੌਮੀ ਭਾਸ਼ਾ ਹੈ ਕੋਈ? ਜੇ ਵੇਖਿਆ ਜਾਏ ਤੇ ਅਜੈ ਦੇਵਗਨ ਕੋਈ ਸਧਾਰਨ ਵਿਅਕਤੀ ਨਹੀਂ ਹਨ, ਕੋਈ ਉਹ ਅਜਿਹਾ ਵਿਅਕਤੀ ਨਹੀਂ ਹਨ ਜਿਹਨਾਂ ਨੂੰ ਜਾਣਕਾਰੀ ਨਾ ਹੋਵੇ। ਉਹ ਬਾਲੀਵੁੱਡ ਦੇ ਇੱਕ ਬਹੁਤ ਮੰਨੇ ਪ੍ਰਮੰਨੇ ਕਲਾਕਾਰ ਨੇ ਔਰ ਬੜੇ ਮਾਣ ਸਨਮਾਨ ਉਹਨਾਂ ਨੂੰ ਹਾਸਲ ਹੋ ਚੁੱਕੇ ਨੇ। ਤਾਂ ਜਾਂ ਤੇ ਉਹਨਾਂ ਨੂੰ ਪਤਾ ਨਹੀਂ ਹੈ ਕਿ ਭਾਰਤ ਦੀ ਕੋਈ ਕੌਮੀ ਭਾਸ਼ਾ ਨਹੀਂ ਹੈ ਤੇ ਜਾਂ ਉਹ ਜਿਹੜਾ ਹੈ ਉਹ ਜਾਣਬੁੱਝ ਕੇ ਇੱਕ ਸ਼ਰਾਰਤੀਪੂਰਨ ਢੰਗ ਦੇ ਨਾਲ ਇਹ ਗੱਲ ਕਰ ਰਹੇ ਨੇ। ਪਰ ਇਹ ਮੰਨਣ ਵਿੱਚ ਆ ਸਕਦਾ ਤੁਸੀਂ ਕਿਹਾ ਕਿ ਕੋਈ ਛੋਟੀ ਹਸਤੀ ਨਹੀਂ ਹੈ ਕਿ ਉਹਨਾਂ ਨੂੰ ਪਤਾ ਹੀ ਨਾ ਹੋਵੇ। ਜੇ ਤੇ ਉਹਨਾਂ ਨੂੰ ਪਤਾ ਨਹੀਂ ਹੈ ਤਾਂ ਫਿਰ ਹੋਰ ਵੀ ਚਿੰਤਾ ਵਾਲੀ ਗੱਲ ਹੈ ਕਿ ਐਡੀ ਵੱਡੀ ਹਸਤੀ ਜਿਹੜੀ ਉਹ ਵੀ ਭਾਰਤ, ਉਹਨੂੰ ਇਸ ਗੱਲ ਦਾ ਨਹੀਂ ਪਤਾ ਤੇ ਪਰ ਇਹਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ।
ਅੱਛਾ। ਉਹ ਇਸ ਕਰਕੇ ਕਿ ਅਜੇ ਦੇਵਗਨ ਤੇ ਕੋਈ ਰਾਜਸੀ ਬੰਦੇ ਨਹੀਂ, ਚਲੋ ਕਲਾਕਾਰ ਨੇ, ਪਰ ਭਾਰਤ ਦੇ ਜਿਹੜੇ ਸਾਡੇ ਮੰਤਰੀ ਮੰਡਲ ਨੇ, ਸੰਘ ਸਰਕਾਰ ਸਾਡੀ ਜਿਹੜੀ ਕੇਂਦਰ ਸਰਕਾਰ ਜਿਹਨੂੰ ਅਸੀਂ ਆਨੇ ਆ, ਉਹਦੇ ਮੰਤਰੀ ਮੰਡਲ ਦੇ ਜਿਹੜੇ ਮੰਤਰੀ ਨੇ, ਕੈਬਨਿਟ ਮੰਤਰੀ ਨੇ, ਉਹਨਾਂ ਦੇ ਮੂੰਹ ਇਹੋ ਜਿਹੇ ਬਿਆਨ ਸੁਣ ਜਾਂਦੇ ਕਿ ਹਿੰਦੀ ਭਾਰਤ ਦੀ ਰਾਸ਼ਟਰ ਭਾਸ਼ਾ, ਜਿਹੜਾ ਕਿ ਗੈਰ ਸੰਵਿਧਾਨਕ ਬਿਆਨ ਹੈ ਜੀ। ਤਾਂ ਵੇਖਿਆ ਤੇ ਜਾਏ ਤੇ ਮੈਂ ਤਾਂ ਸਮਝਣਾ ਕਿ ਜਿਹੜੀ ਸਾਡੀ ਸਰਵਉੱਚ ਅਦਾਲਤ ਹੈ ਉਹਨੂੰ ਇਹਨਾਂ ਬਿਆਨਾਂ ਦਾ ਵੱਲ ਧਿਆਨ ਦੇ ਕੇ ਇਹਨਾਂ ਬੰਦਿਆਂ ਨੂੰ ਮੁਕੱਦਮਾ ਕਰਨਾ ਚਾਹੀਦਾ ਕਿ ਤੁਸੀਂ ਗੈਰ ਸੰਵਿਧਾਨਕ ਬਿਆਨ ਦੇ ਰਹੇ ਹੋ, ਭਾਰਤ ਦੀ ਕੋਈ ਕੌਮੀ ਭਾਸ਼ਾ ਨਹੀਂ। ਔਰ ਇਹ ਇਹੋ ਜਿਹਾ ਬਿਆਨ ਹੈ ਜਿਹੜਾ ਭਾਰਤੀਆਂ ਦੇ ਵਿਚਕਾਰ ਜਿਹੜਾ ਬਖੇੜੇ ਖੜੇ ਕਰਦਾ ਹੈ, ਠੀਕ ਹੈ, ਭਾਰਤੀਆਂ ਦੇ ਵਿਚਕਾਰ ਫੁੱਟ ਪੈਦਾ ਕਰਦਾ ਹੈ, ਵੱਖ-ਵੱਖ ਭਾਸ਼ਾਈਆਂ ਦੇ ਵਿਚਕਾਰ ਵਿਤਕਰੇ ਵਾਲੀ ਗੱਲ ਹੈ। ਇਸ ਕਰਕੇ ਉਹ ਭਾਰਤੀਆਂ ਵਿਚਾਰਾਂ ਦੇ ਵਿੱਚ ਜਿਹੜੀ ਹੈ ਟਕਰਾਓ ਪੈਦਾ ਕਰਦਾ ਹੈ। ਤਾਂ ਇਹ ਤੇ ਵੈਸੇ ਹੀ ਦੇਸ਼ ਦੇ ਹਿੱਤ 'ਚ ਨਹੀਂ ਹੈ, ਔਰ ਇਹ ਦੇਸ਼ ਦਰੋਹੀ ਵਰਗੀ ਇੱਕ ਤਰ੍ਹਾਂ ਦਾ ਬਿਆਨ ਹੈ। ਪਰ ਮਸਲਾ ਉਹੀ ਹੈ ਨਾ ਕਿ ਕਾਰਵਾਈ ਕੌਣ ਕਰੂਗਾ? ਹਾਂਜੀ, ਤਾਂ ਜਦੋਂ ਭਾਰਤ ਦੀ ਜਿਹੜੀ ਸੱਤਾ ਹੈ, ਸਾਡੇ ਮੰਤਰੀ ਨੇ, ਸਰਕਾਰਾਂ ਨੇ, ਉਹ ਜਦੋਂ ਇਹੋ ਜਿਹੇ ਬਿਆਨ ਦਿੰਦੀਆਂ ਨੇ, ਇਹ ਸੋਚਿਆ ਜਾ ਸਕਦਾ ਹੈ ਕਿ ਮੰਤਰੀ ਮੰਡਲ ਦੇ ਬੰਦੇ ਨੂੰ ਇਹ ਪਤਾ ਨਾ ਹੋਵੇ ਕਿ ਭਾਰਤ ਦੀ ਕੋਈ ਕੌਮੀ ਭਾਸ਼ਾ ਨਹੀਂ ਹੈ। ਤਾਂ ਇਸ ਕਰਕੇ ਸਾਨੂੰ ਇਹ ਦੱਸਦਾ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਬਿਆਨ ਨੇ ਉਹਨਾਂ ਦੇ ਪਿੱਛੇ ਇੱਕ ਸੋਚ, ਇੱਕ ਸਮਝਕਾਰੀ, ਇੱਕ ਪੂਰੀ ਰਾਜਨੀਤੀ ਜਿਹੜੀ ਹੈ ਉਹ ਕੰਮ ਕਰਦੀ ਹੈ ਜੀ। ਪਰ ਜਿਹੜੀ ਰਾਸ਼ਟਰੀ ਭਾਸ਼ਾ ਦੀ ਗੱਲ ਕੀਤੀ ਜਾਂਦੀ ਹੈ, ਭਾਰਤ ਦੀ ਕੋਈ ਕੌਮੀ ਭਾਸ਼ਾ ਨਹੀਂ ਹੈ, ਔਰ ਜਿਹੜਾ ਸਾਡੇ ਸੰਵਿਧਾਨ ਦੇ ਵਿੱਚ ਕਿਸੇ ਨੂੰ ਵੀ ਰਾਸ਼ਟਰੀ ਭਾਸ਼ਾ ਨਹੀਂ ਕਿਹਾ ਗਿਆ। ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਰਾਸ਼ਟਰੀ ਭਾਸ਼ਾਵਾਂ ਨੇ। ਜੇ ਆਪਾਂ ਉਹਨੂੰ ਤਕਨੀਕੀ ਤੌਰ ਤੇ ਲੈਣਾ ਵੀ ਹੋਵੇ ਗੱਲ ਨੂੰ, ਤਾਂ ਜਿਹੜੀ ਸਾਡੀ ਸੰਵਿਧਾਨ ਦੀ 8ਵੀਂ ਸੂਚੀ ਹੈ, ਜਿਹਦੇ ਵਿੱਚ 22 ਬੋਲੀਆਂ ਨੂੰ ਸ਼ਾਮਲ ਕੀਤਾ ਗਿਆ, ਉਹਦੇ ਉੱਥੇ ਥੱਲੇ ਲਿਖਿਆ ਹੋਇਆ ਕਿ ਇਹ ਸਾਡੀਆਂ ਨੈਸ਼ਨਲ ਲੈਂਗੁਏਜ ਨੇ, ਇਹ ਸਾਡੀਆਂ ਰਾਸ਼ਟਰੀ ਭਾਸ਼ਾਵਾਂ ਨੇ। ਜੇ ਕਹਿਣਾ ਵੀ ਹੋਵੇ ਕਿ ਰਾਸ਼ਟਰੀ ਭਾਸ਼ਾਵਾਂ ਤਾਂ ਫਿਰ 22 ਬਣਦੀਆਂ ਜਿਹੜੀਆਂ 8ਵੀਂ ਸੂਚੀ 'ਚ ਨੇ, ਪਰ ਮੈਂ ਤੇ ਉਹਦੇ ਨਾਲ ਵੀ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ। ਭਾਰਤ ਦੀ ਹਰ ਇੱਕ ਭਾਸ਼ਾ ਜਿਹੜੀ ਹੈ ਉਹ ਰਾਸ਼ਟਰੀ ਭਾਸ਼ਾ ਹੈ। ਇਸ ਕਰਕੇ ਇਸ ਤਰ੍ਹਾਂ ਦਾ ਬਿਆਨ ਦੇਣਾ ਜਿਹੜਾ ਹੈ ਉਹ ਜਾਣਕਾਰੀ ਤੋਂ ਖਾਲੀ ਹੈ, ਉਹ ਬੜਾ ਵਿਤਕਰੇ ਭਰਿਆ ਬਿਆਨ ਹੈ ਔਰ ਸ਼ਰਾਰਤੀ, ਔਰ ਇਹ ਚੰਗਾ ਠੀਕ ਨਹੀਂ ਹੈ ਭਾਰਤ ਦੇ ਵਾਸਤੇ। ਤੇ ਡਾਕਟਰ ਸਾਹਿਬ, ਫਿਰ ਜੇ ਆਪਾਂ ਅਗਲਾ ਸਵਾਲ ਕਰ ਲਈਏ ਕਿ ਰਾਸ਼ਟਰੀ ਭਾਸ਼ਾ ਹੁੰਦੀ ਕੀ ਹੈ, ਜਿਹਦਾ ਇੰਨਾ ਬਖੇੜਾ ਕੀਤਾ ਹੋਇਆ, ਉਹਦੇ ਕੀ ਮਾਪਦੰਡ ਹੁੰਦੇ ਨੇ, ਕੀ ਹੁੰਦੀ ਹੈ ਰਾਸ਼ਟਰੀ ਭਾਸ਼ਾ? ਅਸਲ ਦੇ ਵਿੱਚ ਜਿਹੜੀ ਰਾਸ਼ਟਰੀ ਭਾਸ਼ਾ ਹੈ ਉਹ ਕਿਆ ਤੇ ਕੁਝ ਹੋਰ ਜਾਂਦਾ ਤੇ ਅਸਲੀਅਤ ਕੁਝ ਹੋਰ ਹੁੰਦੀ ਹੈ। ਕਿਆ ਤੇ ਇੱਕ ਰਾਸ਼ਟਰ ਦੀ ਇੱਕ ਭਾਸ਼ਾ ਹੋਣੀ ਚਾਹੀਦੀ ਹੈ ਜਿਹੜੀ ਸਾਰਾ ਰਾਸ਼ਟਰ ਜਾਣਦਾ ਹੋਵੇ। ਇਹ ਗੱਲ ਜਿਹੜੀ ਹੈ ਉਹਨਾਂ ਲੋਕਾਂ ਬਾਰੇ ਤੇ ਕਹੀ ਜਾ ਸਕਦੀ ਹੈ ਜਿਹੜੇ ਇਸ ਤਰ੍ਹਾਂ ਦੇ ਦੇਸ਼ ਨੇ ਜਿੱਥੇ ਇੱਕੋ ਭਾਸ਼ਾ ਹੈ। ਜਿਹੜਾ ਭਾਰਤ ਵਰਗਾ ਬਹੁਪਖਾਈ ਦੇਸ਼ ਹੈ ਜਿੱਥੇ ਬਹੁਤ ਜ਼ਿਆਦਾ ਬੋਲੀਆਂ ਨੇ, ਉੱਥੇ ਤੁਸੀਂ ਕਿਵੇਂ ਕਿਸੇ ਨੂੰ ਰਾਸ਼ਟਰੀ ਭਾਸ਼ਾ ਬਣਾ ਸਕਦੇ ਹੋ? ਰਾਸ਼ਟਰੀ ਭਾਸ਼ਾ ਬਣਾਉਣ ਦਾ ਮਤਲਬ ਹੈ, ਜਾਂ ਕਿਸੇ ਇੱਕ ਭਾਸ਼ਾ ਨੂੰ ਰਾਸ਼ਟਰੀ ਦਰਜਾ ਦੇਣ ਦਾ ਮਤਲਬ ਹੈ ਕਿ ਆਪਾਂ ਦੂਜੀਆਂ ਭਾਸ਼ਾਵਾਂ ਦਾ ਦਰਜਾ ਛੋਟਾ ਕਰ ਰਹੇ ਹਾਂ। ਉਹਨੂੰ ਕਈ ਤਰ੍ਹਾਂ ਦੇ ਹੱਕ ਦਿੱਤੇ ਜਾਣਗੇ, ਕਈ ਥਾਵਾਂ ਤੇ ਉਹਦੀ ਜਿਹੜੀ ਉਹ ਪ੍ਰਭਤਾ ਹੋਏਗੀ ਜਿੱਥੇ ਦੂਜੀਆਂ ਭਾਸ਼ਾਵਾਂ ਨਹੀਂ ਹੋਣਗੀਆਂ। ਔਰ ਇਹ ਤਾਂ ਮੂਲ ਜਿਹੜਾ ਕਿਸੇ ਵੀ ਦੇਸ਼, ਕਿਸੇ ਵੀ ਸੰਵਿਧਾਨ, ਕਿਸੇ ਵੀ ਸਮੂਹ ਦੇ ਏਕੇ ਵਾਸਤੇ, ਵਿਕਾਸ ਵਾਸਤੇ, ਅਮਨ ਅਮਾਨ ਵਾਸਤੇ ਜਿਹੜਾ ਸਭ ਤੋਂ ਮੁੱਢਲਾ ਅਸੂਲ ਹੈ ਉਹ ਹੈ ਕਿ ਸਮਾਨਤਾ ਹੋਣੀ ਹਰ ਭਾਸ਼ਾ ਦੀ, ਹਰ ਵਿਅਕਤੀ ਦੀ, ਹਰ ਸਮੂਹ ਦੀ, ਹਰ ਜੁੱਟ ਦੀ ਰਾਸ਼ਟਰੀ ਤੌਰ ਤੇ ਹਰ ਤਰ੍ਹਾਂ ਨਾਲ ਸਮਾਨਤਾ ਹੋਣੀ। ਜਦੋਂ ਭਾਰਤ ਵਰਗਾ ਮੁਲਕ ਹੋਵੇ ਜਿੱਥੇ ਬਹੁਤ ਸਾਰੀਆਂ ਬੋਲੀਆਂ ਨੇ। ਹਾਂਜੀ, ਭਾਰਤ ਵਰਗਾ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਰਾਸ਼ਟਰੀ, ਇਹਦਾ ਮਤਲਬ ਕਿ ਸਮਾਨਤਾ ਦਾ ਜਿਹੜਾ ਮੁੱਢਲਾ ਅਸੂਲ ਹੈ, ਬਰਾਬਰੀ ਦਾ, ਜਿਹੜਾ ਕਿਸੇ ਵੀ ਦੇਸ਼ ਦੇ ਅੱਗੇ ਵਧਣ ਵਾਸਤੇ, ਵਿਕਾਸ ਵਾਸਤੇ, ਅਮਨ ਅਮਾਨ ਵਾਸਤੇ ਜ਼ਰੂਰੀ ਹੈ, ਉਹਨੂੰ ਹੀ ਭੰਗ ਕਰ ਦਿੱਤਾ ਜਾਂਦਾ ਹੈ। ਇਸ ਕਰਕੇ ਜਿਹੜੀ ਪਰ ਡਾਕਟਰ ਸਾਹਿਬ, ਜੇ ਕੋਈ ਭਾਸ਼ਾ ਕਿਸੇ ਮੁਲਕ ਦੇ ਵਿੱਚ, ਮੰਨ ਲਓ ਆਪਣੇ ਮੁਲਕ ਦੇ ਵਿੱਚ ਜੇ ਕੋਈ ਭਾਸ਼ਾ ਬਹੁਤ ਵੱਡੇ ਪੱਧਰ ਤੇ ਬੋਲੀ ਜਾਂਦੀ ਹੈ, ਉਹਨੂੰ ਬੋਲਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਹੋਣ, ਫਿਰ ਵੀ ਉਹਨੂੰ ਨਹੀਂ ਕੌਮੀ ਭਾਸ਼ਾ ਬਣਾਇਆ ਜਾ ਸਕਦਾ? ਪਹਿਲੀ ਗੱਲ ਤੇ ਇਹ ਹੈ ਕਿ ਜਿਹੜੀ ਇਹਦੇ ਗਿਣਤੀ ਨਾਲ ਤੇ ਨਹੀਂ ਨਾ ਤੈਅ ਹੋ ਜਾਂਦਾ। ਜਿਹੜਾ ਹੁਣ ਇਹਦਾ ਮਤਲਬ ਇਹ ਹੈ ਕਿ ਜੇ ਕੋਈ ਵੱਡੀ ਗਿਣਤੀ ਵਾਲਾ ਦੇਸ਼ ਹੈ ਤਾਂ ਉਹਨੂੰ ਵੱਧ ਹੱਕ ਹੋਣ, ਤੇ ਘੱਟ ਗਿਣਤੀ ਵਾਲਾ ਦੇਸ਼ ਉਹਨੂੰ ਘੱਟ ਹੱਕ ਹੋਣਗੇ। ਐਂ ਤਾਂ ਨਹੀਂ ਹੁੰਦਾ, ਇੱਥੇ ਕੋਈ ਗਿਣਤੀ ਦਾ ਸਵਾਲ ਨਹੀਂ ਹੈ। ਔਰ ਭਾਰਤ ਇੱਕ ਬਹੁ ਕੌਮੀ ਦੇਸ਼ ਹੈ ਜਿੱਥੇ ਬਹੁਤ ਸਾਰੀਆਂ ਕੌਮੀਅਤਾਂ ਨੇ ਜਿਨ੍ਹਾਂ ਨੂੰ ਰਾਸ਼ਟਰੀ ਕਹਿ ਲਿਆ ਜਾਏ, ਤੇ ਕੋਈ ਉਹ ਵੀ ਮਤਲਬ ਰਾਸ਼ਟਰ ਵੀ ਕਹਿ ਸਕਦੇ ਹੋ ਕਿ ਬਹੁਤ ਸਾਰੇ ਰਾਸ਼ਟਰ ਨੇ। ਤੇ ਇਸ ਕਰਕੇ ਇਹੋ ਜਿਹੇ ਦੇਸ਼ ਵਿੱਚ ਇਹ ਗੱਲ ਕਰਨੀ ਜਿਹੜੀ ਹੈ ਉਹ ਠੀਕ ਵੀ ਨਹੀਂ ਹੈ। ਉਹ ਜਿਹੜੀ ਤੁਸੀਂ ਬੋਲਣ ਦੀ ਗੱਲ ਕੀਤੀ ਹੈ, ਬਹੁਤ ਸਾਰੇ ਲੋਕ ਬੋਲਦੇ ਨੇ। ਪਹਿਲੀ ਗੱਲ ਤੇ ਜਿਹੜੀ ਭਾਰਤ ਦੇ ਵਿੱਚ ਗੱਲ ਕੀਤੀ ਜਾਂਦੀ ਹੈ ਕਿ ਹਿੰਦੀ ਰਾਸ਼ਟਰ ਭਾਸ਼ਾ, ਹਿੰਦੀ ਨੂੰ ਰਾਜ ਭਾਸ਼ਾ ਬਣਾਇਆ ਗਿਆ, ਉਹਦੇ ਪਿੱਛੇ ਇੱਕ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਹਿੰਦੀ ਬਹੁਤ ਲੋਕ ਜਾਣਦੇ ਨੇ। ਪਹਿਲੀ ਗੱਲ ਤੇ ਇਹ ਗੱਲ ਹੀ ਝੂਠ ਹੈ ਕਿ ਜਿੰਨੇ ਲੋਕ ਹਿੰਦੀ ਦੱਸਦੇ ਨੇ, ਜਾਣਦੇ ਨੇ, ਉਹਨੇ ਲੋਕ ਭਾਰਤ 'ਚ ਹਿੰਦੀ ਜਾਣਦੇ ਨਹੀਂ। ਉਹ ਬਣਾਇਆ ਗਿਆ ਹੈ। ਕੁਝ ਮੈਨੂੰ ਲੱਗਦਾ 40% ਲੋਕ। ਬਿਲਕੁਲ ਨਹੀਂ ਹੈ, 40 ਵੀ ਨਹੀਂ ਹੈ। ਅੱਛਾ, ਜਿਹੜੇ ਬਹੁਤ ਜ਼ਿਆਦਾ ਜਿਹੜੀਆਂ ਭਾਰਤ ਦੀਆਂ ਵੱਖਰੀਆਂ ਭਾਸ਼ਾਵਾਂ ਨੇ, ਸੁਤੰਤਰ ਭਾਸ਼ਾਵਾਂ ਨੇ, ਬੋਲੀਆਂ ਨੇ, ਉਹਨਾਂ ਨੂੰ ਹਿੰਦੀ ਦੀਆਂ ਉਪ ਬੋਲੀਆਂ ਆਖ ਕੇ ਉਹਨਾਂ ਵਿੱਚ ਸ਼ਾਮਿਲ ਕਰ ਲਿਆ ਗਿਆ। ਜਿਵੇਂ ਰਾਜਸਥਾਨੀ ਹੈ, ਗੜਵਾਲੀ ਹੈ, ਕੁਮਾਈ ਹੈ, ਭੋਜਪੁਰੀ ਹੈ, ਮਗਈ ਹੈ, ਅੰਗਿਕਾ ਹੈ, ਹੋਰ ਕਿੰਨੀਆਂ, ਬੁੰਦੇਲਖੰਡੀ ਹੈ, ਅਵਧੀ, ਇਵਨ ਬ੍ਰਜਵੀ ਹੈ। ਉਹ ਸਾਰੀਆਂ ਸਾਰੀ ਦੁਨੀਆ ਦੇ ਭਾਸ਼ਾ ਗਏ ਇਹਨਾਂ ਨੂੰ ਵੱਖਰੀਆਂ ਭਾਸ਼ਾਵਾਂ ਮੰਨਦੇ ਨੇ। ਔਰ ਪਰ ਭਾਰਤ ਦੀ ਜਿਹੜੀ ਸੱਤਾ ਆ ਉਹਦਾ ਜਿਹੜਾ ਭਾਸ਼ਾਵਾਂ ਦੇ ਪ੍ਰਤੀ, ਉਹ ਭਾਰਤ ਦੇ ਲੋਕਾਂ ਦੇ ਪ੍ਰਤੀ ਵਿਤਕਰੇ ਭਰਪੂਰ ਜਿਹੜੀ ਸਾਰਾ ਰਵੱਈਆ ਹੈ। ਇਸ ਕਰਕੇ ਉਹਨਾਂ ਸਾਰੀਆਂ ਭਾਸ਼ਾਵਾਂ ਨੂੰ ਹਿੰਦੀ ਦੀਆਂ ਉਪਬੋਲੀਆਂ ਆ ਕੇ ਤੇ ਹਿੰਦੀ ਦੀ ਵੱਡੀ ਗਿਣਤੀ ਬਣਾਈ ਹੋਈ ਹੈ। ਇਹਦੇ ਪਿੱਛੇ ਮਨਸ਼ਾ ਕੀ ਹੈ ਡਾਕਟਰ ਸਾਹਿਬ?
ਮਨਸ਼ਾ ਇਹ ਹੈ ਕਿ ਜਿਹੜੀ ਭਾਰਤ ਦੀ ਸੱਤਾ ਆ ਉਹ ਜਿਹੜੀ ਹੈ ਸਾਰੀਆਂ ਕੌਮੀਅਤਾਂ ਔਰ ਸਾਰੇ ਭਾਸ਼ਾ ਸਮੂਹ ਔਰ ਸਾਰੇ ਜਿਹੜੇ ਸਾਡੀਆਂ ਵੱਖਰੀਆਂ ਵੱਖਰੀਆਂ ਤਰ੍ਹਾਂ ਦੇ ਕੌਮੀਅਤਾਂ ਦੇ ਲੋਕ ਨੇ ਉਹਨਾਂ ਨੂੰ ਸਮਾਨ ਨਜ਼ਰ ਨਾਲ ਨਹੀਂ ਵੇਖਦੀ, ਉਹਨਾਂ ਨੂੰ ਵਿਤਕਰੇ ਭਰਪੂਰ ਵੇਖਦੀ ਹੈ। ਔਰ ਇੱਕ ਭਾਰਤ ਨੂੰ ਇੱਕ ਖਾਸ ਕਿਸਮ ਦੀ ਭਾਸ਼ਾ ਬੋਲਣ ਵਾਲੇ ਖਾਸ ਖਿੱਤੇ ਦੇ ਲੋਕਾਂ ਨੂੰ ਭਾਰਤ ਦੇ ਬਹੁਤੇ ਵੱਡੇ ਹੱਕਦਾਰ ਦੱਸਿਆ ਜਾ ਰਿਹਾ ਔਰ ਬਣਾਇਆ ਜਾ ਰਿਹਾ। ਇਹ ਭਾਰਤ ਦੇ ਏਕੇ ਵਾਸਤੇ, ਭਾਰਤ ਦੀ ਤਰੱਕੀ ਵਾਸਤੇ, ਭਾਰਤ ਦੇ ਅਮਨ ਮਾਨ ਵਾਸਤੇ ਬਹੁਤ ਖਤਰਨਾਕ ਗੱਲ ਹੈ। ਤੇ ਡਾਕਟਰ ਸਾਹਿਬ ਇਹ ਵੀ ਇੱਕ ਸੱਚ ਹੈ ਕਿ ਜਿਹੜੀ ਹਿੰਦੀ ਭਾਸ਼ਾ ਹੈ, ਹਿੰਦੀ ਬੋਲੀ ਹੈ, ਉਸ ਨੂੰ ਸਰਕਾਰੀ ਪੱਧਰ ਤੇ ਜ਼ਿਆਦਾ ਵਰਤਿਆ ਜਾਂਦਾ ਹੈ। ਹੋਰ ਵੇਖੋ ਇਹ ਜਿਹੜੀ ਸਰਕਾਰ ਹੈ, ਜਿਹੜੇ ਬੰਦੇ ਸਾਡੇ ਮੰਤਰੀ ਨੇ ਔਰ ਸਾਡੀਆਂ ਰਾਜਸੀ ਧਿਰਾਂ ਨੇ ਹਿੰਦੀ ਦੀ ਰਾਸ਼ਟਰ ਭਾਸ਼ਾ ਦੀ ਗੈਰ ਸੰਵਿਧਾਨਕ ਗੱਲ ਕਰਦੀਆਂ ਵੀ ਨੇ, ਇਹ ਹਿੰਦੀ ਦਾ ਕਤਲ ਕਰਦੀਆਂ ਪਈਆਂ ਨੇ। ਇਹ ਖੁਦ ਹਿੰਦੀ ਦਾ ਕਤਲ ਕਰਦੀਆਂ ਪਈਆਂ। ਉਹ ਕਿਵੇਂ ਡਾਕਟਰ ਸਾਹਿਬ? ਕੋਈ ਵੀ ਭਾਸ਼ਾ ਤਾਂ ਬਚ ਸਕਦੀ ਹੈ ਜਿਹੜੇ ਮਾਂ ਬੋਲੀ ਜਿਨ੍ਹਾਂ ਦੀ ਉਹ ਲੋਕ ਉਹਨੂੰ ਬੋਲਦੇ ਰਹਿਣ, ਉਹਨੂੰ ਵਰਤਦੇ ਰਹਿਣ। ਪਰ ਇਹ ਸਰਕਾਰ ਜਿਹੜੀ ਹਿੰਦੀ ਜਿਸ ਖਿੱਤੇ ਦੀ ਮਾਂ ਬੋਲੀ ਹੈ, ਉਹ ਦਿੱਲੀ ਦਾ ਆਲਾ ਦੁਆਲਾ ਜਿਹਨੂੰ ਖੜੀ ਬੋਲੀ ਆਪਾਂ ਕਹਿੰਦੇ ਆ, ਉਹ 25 ਕੁ ਜ਼ਿਲ੍ਹੇ ਨੇ ਅਸਲ ਦੇ ਵਿੱਚ ਜਿਹੜੇ ਦਿੱਲੀ ਦੇ ਆਲੇ ਦੁਆਲੇ ਨੇ, ਜਿਨ੍ਹਾਂ ਨੂੰ ਕਿਹਾ ਜਾ ਸਕਦਾ ਕਿ ਹਿੰਦੀ ਉਹਨਾਂ ਦੀ ਮਾਂ ਬੋਲੀ ਹੈ। ਉਹਨਾਂ ਥਾਵਾਂ ਦੇ ਉੱਤੇ ਵੀ ਜਿਹੜੀਆਂ ਸਰਕਾਰਾਂ ਨੇ ਉਹ ਹਿੰਦੀ ਮਾਧਿਅਮ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਨੂੰ ਹਿੰਦੀ ਮਾਧਿਅਮ ਤੋਂ ਅੰਗਰੇਜ਼ੀ ਮਾਧਿਅਮ 'ਚ ਕਰੀ ਜਾ ਰਹੀ ਹੈ। ਸਾਨੂੰ ਤਾਂ ਕਹਿੰਦੀ ਹੈ ਕਿ ਰਾਸ਼ਟਰ ਭਾਸ਼ਾ ਬਣਾਓ, ਹਿੰਦੀ ਨੂੰ ਹਿੰਦੀ ਸਿੱਖੋ, ਪਰ ਜਿਨ੍ਹਾਂ ਲੋਕਾਂ ਦੀ ਹਿੰਦੀ ਮਾਂ ਬੋਲੀ ਹੈ ਉਹਨਾਂ ਦੇ ਉੱਤੋਂ ਹਿੰਦੀ ਖੋਈ ਜਾ ਰਹੀ ਹੈ। ਜਿਹੜਾ ਬੱਚਾ ਪਹਿਲੇ ਦਿਨ ਤੋਂ 2.5 ਸਾਲ ਦੀ ਉਮਰ 'ਚ ਜਾ ਰਿਹਾ, ਉਹ ਸਕੂਲ ਜਾ ਰਿਹਾ ਹੈ, ਆਂਗਣਵਾੜੀ ਜਾ ਰਿਹਾ ਹੈ, ਉੱਥੇ ਉਹਦੀ ਮਾਂ ਬੋਲੀ 'ਚ ਗੱਲ ਨਹੀਂ ਕੀਤੀ ਜਾ ਰਹੀ, ਉਹਨੂੰ ਹੋਰ ਓਪਰੀ ਭਾਸ਼ਾ ਦੇ ਵਿੱਚ ਪੜ੍ਹਾਇਆ ਜਾ ਰਿਹਾ, ਉਹਦੇ ਤੋਂ ਹਿੰਦੀ ਖੋਈ ਜਾ ਰਹੀ ਹੈ, ਉਹਦੀ ਮਾਂ ਬੋਲੀ ਖੋਈ ਜਾ ਰਹੀ ਹੈ। ਤੋ ਜੇ ਇਹ ਜਿਹੜੇ ਸਾਡੇ ਭਰਾ ਨੇ ਭਾਰਤੀ ਨਾਗਰਿਕ ਨੇ ਜਿਹੜੇ ਹਿੰਦੀ ਦੀ ਥੋੜੀ ਵਿਖਾਉਂਦੇ ਨੇ, ਵੈਸੇ ਚਿੰਤਾ ਕਰ ਰਹੇ ਹਾਂ, ਚਿੰਤਾ ਉਹਨਾਂ ਨੂੰ ਹੈ ਨਹੀਂ, ਵਿਖਾਉਂਦੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸਭ ਤੋਂ ਪਹਿਲਾਂ ਤੇ ਜਿਹੜੇ ਹਰਿਆਣੇ, ਉੱਤਰ ਪ੍ਰਦੇਸ਼ ਜਿੱਥੋਂ ਹਿੰਦੀ ਮਾਂ ਬੋਲੀ ਹੈ, ਉਹਨਾਂ ਬਾਲਾਂ ਤੋਂ, ਉਹਨਾਂ ਲੋਕਾਂ ਤੋਂ ਜਿਹੜੀ ਤੁਸੀਂ ਉਹਨਾਂ ਦੀ ਮਾਂ ਬੋਲੀ ਖੋ ਰਹੇ ਹੋ, ਅੰਗਰੇਜ਼ੀ ਥੋਪ ਰਹੇ ਹੋ ਉਹਨਾਂ ਦੇ ਉੱਤੇ, ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਉਹਨਾਂ ਦੀ ਮਾਂ ਬੋਲੀ ਵਾਪਸ ਕਰੋ ਔਰ ਇਹ ਸਾਰੇ ਖਿੱਤੇ ਦੇ ਵਿੱਚ ਹਿੰਦੀ ਦੀ ਪ੍ਰਭਤਾ ਹੋਵੇ, ਹਿੰਦੀ ਦਾ ਬੋਲਬਾਲਾ ਹੋਵੇ, ਹਿੰਦੀ ਬੋਲੀ ਵਾਲੇ ਖੇਤਰ 'ਚ, ਜਿੱਥੇ ਪੰਜਾਬੀ ਬੋਲੀ ਖੇਤਰ ਹੈ ਪੰਜਾਬੀ ਦਾ ਬੋਲਬਾਲਾ ਹੋਵੇ। ਇਸ ਕਰਕੇ ਇਹ ਗੱਲ ਕਿ ਹਿੰਦੀ ਬੋਲੀ ਵਾਲਾ ਜਿਹੜਾ ਖੇਤਰ ਹੈ ਉਹਨਾਂ ਤੋਂ ਹਿੰਦੀ ਖੋਈ ਜਾ ਰਹੀ ਹੈ। ਬਾਕੀ ਸਾਰੇ ਭਾਰਤ ਦੇ ਵਿੱਚ ਰਾਸ਼ਟਰ ਭਾਸ਼ਾ, ਰਾਜ ਭਾਸ਼ਾ, ਸੰਪਰਕ ਭਾਸ਼ਾ ਦੀ ਲੋੜ ਇਹ ਇਹੋ ਜਿਹੀਆਂ ਜਿਹੜੀਆਂ ਨੇ ਨਿਰਾਧਾਰ ਜਿਹੀਆਂ ਗੱਲਾਂ ਕਰਕੇ ਉਹਨਾਂ ਦੇ ਉੱਤੇ ਹਿੰਦੀ ਜਿਹੜੀ ਥੋਪੀ ਜਾ ਰਹੀ ਹੈ। ਔਰ ਅਸਲ ਮਨਸ਼ਾ ਇਹ ਹੈ ਕਿ ਦੂਜੀਆਂ ਭਾਸ਼ਾਵਾਂ ਨੂੰ ਹਿੰਦੀ ਦੀ ਰਾਹੀਂ ਖਤਮ ਕਰਨਾ, ਹਿੰਦੀ ਨੂੰ ਥੋਪ ਕੇ ਅਸਲ ਮਨਸ਼ਾ ਹੈ। ਜੇ ਹਿੰਦੀ ਦੀ ਤਰੱਕੀ ਮਨਸ਼ਾ ਹੁੰਦੀ ਤਾਂ ਫਿਰ ਹਿੰਦੀ ਖਿੱਤੇ ਦੇ ਵਿੱਚ ਹਿੰਦੀ ਦੀ ਤਰੱਕੀ ਵਾਸਤੇ ਕੰਮ ਕੀਤਾ ਜਾਂਦਾ। ਯਾਨੀ ਕਿ ਸਭ ਕੁਝ ਪੋਲਿਟਿਕਸ ਹੈ, ਇਹ ਮੁੱਦੇ ਪੋਲਿਟਿਕਸ ਬਿਲਕੁਲ ਰਾਸ਼ੀ ਹੈ ਜੀ। ਤੇ ਇਹ ਜਿਹੜੇ ਜੇ ਦੋ ਅਦਾਕਾਰਾਂ ਦੇ ਕਰਕੇ ਮਸਲਾ ਖੜਾ ਹੋਇਆ, ਉਹਦੇ ਵਿੱਚ ਕਰਨਾਟਕਾ ਦੇ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਨੇ ਦੋ, ਉਹ ਬੜੇ ਖੁੱਲੇ ਤਰੀਕੇ ਦੇ ਨਾਲ ਆਏ ਨੇ। ਉਹਨਾਂ ਨੇ ਆਪਣੀ ਭਾਸ਼ਾ, ਆਪਣੇ ਕੰਨੜ ਹੋਣ ਤੇ ਮਾਣ ਵੀ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਦੱਸਿਆ ਤੇ ਖੁੱਲੇ ਤੌਰ ਤੇ ਕਿਹਾ ਕਿ ਹਿੰਦੀ ਸਾਡੀ ਕੌਮੀ ਭਾਸ਼ਾ ਨਹੀਂ ਹੈ। ਇੱਕ ਪਾਸੇ ਤਾਂ ਇਹ ਲੀਡਰ ਨੇ, ਦੂਸਰੇ ਪਾਸੇ ਅਦਾਕਾਰ ਨੇ ਜਿਹੜੇ ਕਹਿ ਰਹੇ ਨੇ ਕਿ ਹਿੰਦੀ ਸਾਡੀ ਕੌਮੀ ਭਾਸ਼ਾ ਹੈ, ਤਾਂ ਅਦਾਕਾਰ ਵੀ ਪੋਲਿਟਿਕਸ ਕਰਦੇ ਨੇ। ਬਿਲਕੁਲ ਕਰਦੇ ਨੇ, ਅਦਾਕਾਰ ਨਹੀਂ ਕਰਕੇ। ਇਹ ਜਿਹੜਾ ਬਾਲੀਵੁੱਡ ਹੈ ਇਹਦੇ ਬਾਰੇ ਤੇ ਮੇਰਾ ਖਾਸ ਨਜ਼ਰੀਆ, ਮੇਰਾ ਇੱਕ ਨਾ ਸਮਝ ਹੈ, ਕੁਝ ਜਿਹੜੇ ਬਾਲੀਵੁੱਡ ਦੇ ਕੁਝ ਕੁ ਕਲਾਕਾਰਾਂ ਨੂੰ ਛੱਡ ਕੇ ਸਾਰਿਆਂ ਨੂੰ ਨਹੀਂ ਮੈਂ ਕਹਿ ਸਕਦਾ ਇਹ ਮਨੋ ਭਾਰਤੀ ਨਹੀਂ ਹਨ। ਬਹੁਤਾ ਬਾਲੀਵੁੱਡ ਮਨੋ ਭਾਰਤੀ ਨਹੀਂ ਹੈ। ਔਰ ਮੈਂ ਇਹਦਾ ਸਬੂਤ ਇਹ ਦੇਣਾ ਚਾਹੁੰਦਾ ਵਾਂ ਕਿ ਬਾਲੀਵੁੱਡ ਦੀਆਂ ਜਿੰਨੀਆਂ ਫਿਲਮਾਂ ਬਣਦੀਆਂ ਨੇ, ਉਹਨਾਂ ਦੇ ਨਾਇਕ, ਉਹਨਾਂ ਦੀਆਂ ਨਾਇਕਾਵਾਂ, ਹੀਰੋ ਹੀਰੋਇਨਾਂ, ਉਹ ਸਾਰੀਆਂ ਜਿਹੜੀਆਂ ਨੇ ਉਹਨਾਂ 'ਚੋਂ ਭਾਰਤੀ ਦਿਸਦਾ ਹੀ ਨਹੀਂ ਹੈ। ਤੁਸੀਂ ਵੇਖੋ ਸਾਰੇ ਗੌਰਵਰਨ ਹੁੰਦੇ ਨੇ, ਗੋਰੇ ਰੰਗ ਦੇ ਹੁੰਦੇ ਨੇ। ਕੀ ਸਾਡਾ ਭਾਰਤੀਆਂ ਦਾ ਰੰਗ ਗੋਰਾ ਹੈ? ਕੀ ਤੁਸੀਂ ਕੋਈ ਬਾਲੀਵੁੱਡ ਦੀ ਹਿੰਦੀ ਫਿਲਮ ਵੇਖੀ ਹੈ ਜਿਹਦੇ ਵਿੱਚ ਜਿਹੜੀ ਸਾਡੀ ਨਾਇਕਾ ਉਹਦਾ ਕਾਲੇ ਰੰਗ ਦੀ ਹੋਏ ਜਾਂ ਸਾਡਾ ਨਾਇਕ ਕਾਲੇ ਰੰਗ ਦਾ ਹੋਏ? ਮੇਰੀ 68 ਸਾਲ ਦੀ ਉਮਰ ਹੋ ਗਈ ਹੈ, ਮੈਂ ਤਾਂ ਇੱਕੋ ਫਿਲਮ ਵੇਖੀ ਹੈ, ਉਹ ਗੋਰਾ ਐਂਡ ਕਾਲਾ। ਉਹਦੇ ਵਿੱਚ ਰਜਿੰਦਰ ਕੁਮਾਰ ਦਾ ਇੱਕ ਜਿਹੜਾ ਉਹਦਾ ਪਾਤਰ ਸੀ ਉਹਦਾ ਕਾਲਾ ਰੰਗ ਸੀ। ਇਹ ਜਿਹੜਾ ਬਾਲੀਵੁੱਡ ਹੈ ਬਹੁਤ ਹੈ, ਕੁਝ ਕਲਾਕਾਰ ਨੂੰ ਛੱਡ ਕੇ, ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਇਹ ਮਨੋ ਭਾਰਤੀ ਹੈ ਹੀ ਨਹੀਂ ਨਾ। ਇਹਨਾਂ ਦੇ ਮਨ ਜਿਹੜੇ ਨੇ ਇਹ ਗੋਰੇ ਰੰਗ ਦੇ, ਇਹ ਗੋਰੀ ਚਮੜੀ ਨੂੰ ਜਿਹੜਾ ਆ ਬਿਹਤਰ ਸਮਝਦੇ ਨੇ, ਉਹ ਤੇ ਮਨੋ ਅੰਗਰੇਜ਼ ਨੇ। ਔਰ ਇਹਨਾਂ ਨੂੰ ਕਦੇ ਤੁਸੀਂ ਗੱਲਬਾਤ ਕਰਦਿਆਂ ਸੁਣੋ, ਇਹਨਾਂ ਦੇ ਜਿਹੜਾ ਬੜੇ ਇਨਾਮ ਮਿਲਦੇ ਨੇ ਤੇ ਵੱਡੇ ਵੱਡੇ ਜਿਹੜੇ ਨੇ ਉਹ ਹੁੰਦੇ ਨੇ, ਸਮਾਗਮ ਹੁੰਦੇ ਨੇ, ਉੱਥੇ ਸਾਰੇ ਅੰਗਰੇਜ਼ੀ ਬੋਲਦੇ ਨੇ। ਉੱਥੇ ਆ ਦੇਵਗਨ ਜੀ ਨੇ, ਇਹਨਾਂ ਦੀਆਂ ਫਿਲਮਾਂ ਦੇ ਨਾਂ ਵੇਖੋ, ਇਹਨਾਂ ਦੀਆਂ ਬੜੀਆਂ ਫਿਲਮਾਂ ਦੇ ਨਾਂ ਅੰਗਰੇਜ਼ੀ 'ਚ ਨੇ। ਬੱਚੇ ਵੀ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਹੋਣਗੇ। ਬਿਲਕੁਲ, ਉਹ ਤਾਂ ਚਲੋ ਅੰਗਰੇਜ਼ੀ ਸਕੂਲਾਂ 'ਚ ਪੜ੍ਹਨਾ, ਮੈਂ ਉਹਨਾਂ ਨੂੰ ਉਹ ਨਹੀਂ ਇਹਨਾਂ ਨੂੰ ਐਡਾ ਦੋਸ਼ ਦਿੰਦਾ, ਕਿਉਂਕਿ ਉਹ ਇੱਕ ਸਾਰੇ ਦੇਸ਼ ਦੇ ਵਿੱਚ ਇੱਕ ਐਸੀ ਸਥਿਤੀ ਬਣਾ ਦਿੱਤੀ ਗਈ ਹੈ ਜਿਹਦੇ ਵਿੱਚ ਲੋਕਾਂ ਨੂੰ ਫਸਾ ਦਿੱਤਾ ਗਿਆ ਔਰ ਲੋਕ ਇੱਕ ਮਜਬੂਰੀ ਵੀ ਉਹਨੂੰ ਕਹੀ ਜਾ ਸਕਦੀ ਹੈ। ਲੇਕਿਨ ਜਿਹੜੀਆਂ ਆਹ ਗੱਲਾਂ ਨੇ ਵੀ ਤੁਸੀਂ, ਮੈਂ ਹੁਣ ਇੱਥੇ ਬੋਲ ਰਿਹਾ, ਮੇਰੇ ਤੇ ਕੀ ਮਜਬੂਰੀ ਹੈ ਮੈਂ ਅੰਗਰੇਜ਼ੀ 'ਚ ਬੋਲਾਂ, ਹੈ ਨਾ? ਆਪਾਂ ਪੰਜਾਬੀ 'ਚ ਗੱਲ ਕਰ ਰਹੇ ਹਾਂ, ਪੰਜਾਬੀ ਸਰੋਤਿਆਂ ਨਾਲ ਗੱਲ ਕਰ ਰਹੇ ਹਾਂ। ਔਰ ਦੂਜੀ ਗੱਲ ਹੋਰ, ਜਿਹੜੀ ਇਹ ਦਲੀਲ ਦਿੱਤੀ ਜਾਂਦੀ ਹੈ ਵੀ ਗੱਲ ਸਮਝ ਆ ਜਾਊਗੀ, ਭਾਰਤ ਨੇ ਆਪਸ 'ਚ ਗੱਲ ਕਰਨੀ ਹੈ, ਇਕੱਲੇ ਭਾਰਤ ਨੇ ਤੇ ਆਪਸ 'ਚ ਗੱਲ ਨਹੀਂ ਕਰੀ, ਸਾਰੀ ਦੁਨੀਆ ਨੇ ਆਪਸ 'ਚ ਗੱਲ ਕਰਨੀ ਹੈ। ਹੁਣ ਤੇ ਦੁਨੀਆ
ਆ ਰੋਜ਼ ਵੇਖੋ ਜਹਾਜ਼ਾਂ ਦੇ ਜਹਾਜ਼ ਭਰ ਕੇ ਦਿੱਲੀੋਂ ਕੈਨੇਡਾ ਆਸਟ੍ਰੇਲੀਆ ਅਮਰੀਕਾ ਸਾਰੇ ਜਾਂਦੇ ਨੇ ਤੇ ਉਧਰੋਂ ਆਉਂਦੇ ਨੇ। ਆਪਾਂ ਉਹਨਾਂ ਨਾਲ ਗੱਲ ਨਹੀਂ ਕਰਨੀ, ਫਿਰ ਸਾਨੂੰ ਦੁਨੀਆ ਦੀ ਵੀ ਸੰਪਰਕ ਭਾਸ਼ਾ ਚਾਹੀਦੀ ਹੈ। ਕਿੰਨੀਆਂ ਕੋਈ ਸੰਪਰਕ ਭਾਸ਼ਾ ਆਪਾਂ ਬਣਾਵਾਂਗੇ? ਫਿਰ ਚੰਗੀ ਗੱਲ ਇਹ ਨਹੀਂ ਹੈ ਕਿ ਸਾਰੀ ਦੁਨੀਆ ਇੱਕ ਮਿੱਥ ਲਵੇ ਵੀ ਆਹ ਦੁਨੀਆ ਦੀ ਸੰਪਰਕ ਭਾਸ਼ਾ ਹੋਏਗੀ, ਉਹ ਸਿੱਖ ਲੈਣ ਸਾਰੇ। ਪਰ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਸੰਪਰਕ ਭਾਸ਼ਾ ਜਿਹੜੀ ਉਹ ਤੁਹਾਡੀਆਂ ਮਾਂ ਬੋਲੀਆਂ ਦਾ ਥਾਂ ਮੰਨ ਲਵੇ। ਹੁਣ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੇ ਜਿੰਨੇ ਦਫ਼ਤਰ ਨੇ, ਚਾਹੇ ਬੈਂਕ ਨੇ, ਚਾਹੇ ਕੇਂਦਰ ਸਰਕਾਰ ਦੇ ਦਫ਼ਤਰ ਨੇ, ਉਹਨਾਂ 'ਚ ਮੈਂ ਵੇਖਿਆ ਬਹੁਤੇ ਬੰਦੇ ਹਿੰਦੀ 'ਚ ਗੱਲ ਕਰਦੇ ਨੇ ਔਰ ਹਿੰਦੀ 'ਚ ਕੰਮ ਕਰਦੇ ਨੇ ਜਾਂ ਅੰਗਰੇਜ਼ੀ 'ਚ ਕੰਮ ਕਰਦੇ ਨੇ। ਕਿ ਪੰਜਾਬ ਦੇ ਵਿੱਚ ਸੰਪਰਕ ਪੰਜਾਬੀ ਨਾਲ ਬਿਹਤਰ ਹੋ ਸਕਦਾ ਲੋਕਾਂ ਨਾਲ, ਜਾਂ ਅੰਗਰੇਜ਼ੀ ਨਾਲ ਜਾਂ ਹਿੰਦੀ ਨਾਲ ਬਿਹਤਰ ਹੋ ਸਕਦਾ। ਤਾਂ ਸੰਪਰਕ ਭਾਸ਼ਾ ਦਾ ਇਹ ਜਿਹੜੀ ਇਹ ਸਿਰਫ ਇੱਕ ਬੁਰਕਾ ਆ, ਇੱਕ ਸਾਜ਼ਿਸ਼ ਹੈ, ਮੁਖੌਟਾ ਆ, ਜਿਹਦੇ ਥੱਲੇ ਜਿਹੜੀ ਰਾਜਨੀਤੀ ਹੈ। ਜੇ ਸੰਪਰਕ ਬਣਾਉਣ ਦੀ ਗੱਲ ਹੋਵੇ ਤਾਂ ਫਿਰ ਤਾਂ ਜਿਹੜੇ ਕੇਂਦਰ ਸਰਕਾਰ, ਜਿਹੜੀ ਸੰਘ ਸਰਕਾਰ, ਸਾਡੀ ਭਾਰਤ ਸਰਕਾਰ ਦੇ ਜਿਹੜੇ ਪੰਜਾਬ ਦੇ ਦਫ਼ਤਰ ਨੇ ਪੰਜਾਬੀ 'ਚ ਕੰਮ ਕਰਨ, ਜਿਹੜੇ ਤਮਿਲਨਾਡੂ 'ਚ ਉਹਨਾਂ ਦਫ਼ਤਰ ਤਮਿਲ 'ਚ ਕੰਮ ਕਰਨ, ਜਿਹੜੇ ਬੰਗਾਲ 'ਚ ਦਫ਼ਤਰ ਨੇ ਬੰਗਾਲੀ 'ਚ ਕੰਮ ਕਰਨ, ਜਿਹੜੇ ਹਿੰਦੀ ਭਾਸ਼ੀ ਇਲਾਕੇ 'ਚ ਉੱਤਰ ਪ੍ਰਦੇਸ਼ ਜਾਂ ਹਰਿਆਣੇ ਦਫ਼ਤਰ ਨੇ ਹਿੰਦੀ 'ਚ ਕੰਮ ਕਰਨ, ਉੱਥੇ ਵੀ ਅੰਗਰੇਜ਼ੀ 'ਚ ਬਹੁਤਾ ਹੁੰਦਾ ਹੈ। ਤੇ ਸੰਪਰਕ ਦਾ ਤੇ ਕੋਈ ਭਾਰਤ ਸਰਕਾਰ ਦਾ ਇਰਾਦਾ ਨਹੀਂ ਲੱਗਦਾ। ਕਿ ਸੰਪਰਕ ਦਾ ਇਰਾਦਾ ਤੇ ਹੋਵੇ ਤੇ ਉਹ ਲੋਕਾਂ ਦੀ ਜਿਹੜੇ ਜਿੱਥੇ ਇਹਨਾਂ ਦੇ ਦਫ਼ਤਰ ਨੇ ਉਸ ਬੋਲੀ ਦੇ ਵਿੱਚ ਕੰਮ ਕਰਨ, ਜਿਹੜੀ ਉਸ ਖਿੱਤੇ ਦੀ ਬੋਲੀ ਹੈ। ਬਿਲਕੁਲ। ਡਾਕਟਰ ਸਾਹਿਬ, ਅਸੀਂ ਵੀ ਜਿੱਦਾਂ ਪੜ੍ਹੇ ਆ ਸਕੂਲਾਂ ਦੇ ਵਿੱਚ, ਹੁਣ ਵੀ ਬੱਚਿਆਂ ਦੇ ਮਨ 'ਚ ਇਹੀ ਸ਼ੁਰੂ ਤੋਂ ਜਿਹੜਾ ਫੀਡ ਕੀਤਾ ਜਾਂਦਾ ਹੈ ਕਿ ਹਿੰਦੀ ਸਾਡੀ ਕੌਮੀ ਭਾਸ਼ਾ ਹੈ। ਚਾਹੇ ਕਾਲਜਾਂ ਦੇ ਵਿੱਚ ਚਲੇ ਜਾਓ, ਚਾਹੇ ਸਕੂਲਾਂ ਦੇ ਵਿੱਚ ਚਲੇ ਜਾਓ, ਜਿਹੜੇ ਇੰਗਲਿਸ਼ ਮੀਡੀਅਮ ਦੇ ਸਕੂਲ ਨੇ ਪੰਜਾਬ ਦੇ ਵਿੱਚ, ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹਾਉਂਦੇ ਨੇ, ਪਰ ਜੇ ਕੁਝ ਸੰਪਰਕ ਕਰਨਾ ਬੱਚਿਆਂ ਨਾਲ ਫਿਰ ਹਿੰਦੀ ਬੋਲਣਗੇ, ਪੰਜਾਬੀ ਨਹੀਂ ਬੋਲਣਗੇ। ਤਾਂ ਇਹ ਲਾਭ ਨੇ ਨਾ ਜੀ। ਹਿੰਦੀ ਨਾਲ ਤੁਹਾਨੂੰ ਕਈ ਚੀਜ਼ਾਂ ਮਿਲਦੀਆਂ ਜਿਹੜੀਆਂ ਪੰਜਾਬੀ ਨਾਲ ਨਹੀਂ ਮਿਲਦੀਆਂ। ਮਿਸਾਲ ਲਈ, ਜੇ ਤੁਸੀਂ IAS ਬਣਨਾ ਹੈ ਤਾਂ ਜਿਹੜਾ ਉਹਦਾ ਮੁੱਢਲਾ ਇਮਤਿਹਾਨ ਹੈ ਪ੍ਰੀਲਿਮਿਨਰੀ, ਉਹ ਜਾਂ ਅੰਗਰੇਜ਼ੀ 'ਚ ਹੈ ਜਾਂ ਹਿੰਦੀ 'ਚ ਹੈ। ਜਦੋਂ ਜਿਸ ਭਾਸ਼ਾ ਦੇ ਨਾਲ, ਜਿਸ ਬੋਲੀ ਦੇ ਨਾਲ ਤੁਹਾਨੂੰ ਸੱਤਾ ਦੀਆਂ ਥਾਵਾਂ, ਤਾਕਤ ਦੀਆਂ ਥਾਵਾਂ, ਲਾਭ ਦੀਆਂ ਥਾਵਾਂ ਲਾਭ ਹੋਣਗੇ ਤਾਂ ਲੋਕ ਉਧਰ ਨੂੰ ਜਾਣਗੇ, ਕੁਦਰਤੀ ਹੈ। ਇਸੇ ਤਰ੍ਹਾਂ ਹੀ ਬੋਲੀਆਂ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਕਿ ਤੁਸੀਂ ਪੰਜਾਬੀ ਨੂੰ ਲਾਭ ਵਾਲੀਆਂ ਥਾਵਾਂ ਤੋਂ, ਤਾਕਤ ਵਾਲੀਆਂ ਥਾਵਾਂ ਤੋਂ ਸਾਰੇ ਜਿਹੜਾ ਉਹਨਾਂ ਤੋਂ ਬਾਹਰ ਕੱਢ ਦਿਓ। ਉਹ ਪੰਜਾਬੀ ਨਾਲ ਉਹ ਥਾਵਾਂ ਤੁਹਾਨੂੰ ਨਾ ਮਿਲਣ, ਤੇ ਇਸ ਕਰਕੇ ਲੋਕ ਜਿਹੜੇ ਨੇ ਆਪਣੇ ਆਪ ਪੰਜਾਬੀ ਤੋਂ ਬੇਮੁਖੇ ਜਾਣੇ, ਔਰ ਇੱਕ ਦਿਨ ਉਹਨਾਂ ਲੱਗਣ ਲੱਗੇਗਾ ਸਾਡੀ ਪੰਜਾਬੀ ਤੇ ਖੁਰੇ ਤਾਕਤ ਹੀ ਨਹੀਂ ਹੈ, ਸਾਡੀ ਪੰਜਾਬੀ ਹੀ ਨਹੀਂ ਹੈ। ਉਹ ਪੰਜਾਬੀ ਬੋਲ ਕੇ ਬੰਦਾ ਸਮਝੇਗਾ ਮੈਂ ਤਾਂ ਸਿਆਣਾ ਹੀ ਨਹੀਂ ਲੱਗ ਰਿਹਾ, ਮੈਂ ਤਾਂ ਪੜ੍ਹਿਆ ਲਿਖਿਆ ਨਹੀਂ ਲੱਗ ਰਿਹਾ। ਯਾਨੀ ਕਿ ਲੋਕਾਂ, ਬਿਲਕੁਲ। ਸੋ ਆਪਾਂ ਦੇਖਦੇ ਹਾਂ ਪੰਜਾਬ ਦੇ ਵਿੱਚ ਜਾਂ ਸਰਕਾਰ ਵੀ ਇੰਨਾ ਡਟ ਕੇ, ਇੱਥੇ ਵੀ ਪੰਜਾਬ 'ਚ ਵੀ ਲੋਕ ਲੜਦੇ ਰਹਿੰਦੇ ਨੇ, ਚੰਡੀਗੜ੍ਹ 'ਚ ਲੜਦੇ ਰਹਿੰਦੇ ਨੇ ਵੀ ਪੰਜਾਬੀ ਭਾਸ਼ਾ ਪਹਿਲੇ ਨੰਬਰ ਤੇ ਹੁੰਦੀ ਸੀ, ਅੱਜ ਕਿੱਥੇ ਆ ਗਈ ਹੈ। ਤਾਂ ਇਹ ਜਿਹੜੀ ਸ਼ਰਮ ਆਉਂਦੀ ਹੈ ਲੋਕਾਂ ਨੂੰ, ਜਾਂ ਜਿਹੜੀ ਮਜਬੂਰੀ ਬਣ ਜਾਂਦੀ, ਉਹ ਇਸੇ ਕਰਕੇ ਕਿ ਸਰਕਾਰੀ ਦਰਬਾਰੇ ਸਾਡੀ ਜਿਹੜੀ ਭਾਸ਼ਾ ਹੈ ਉਹ ਨਹੀਂ ਚੱਲਦੀ। ਚਲੋ ਬਿਲਕੁਲ ਠੀਕ ਗੱਲ ਹੈ। ਇੱਕ ਤੇ ਰਾਜਨੀਤੀ ਹੈ, ਇਹਦਾ ਇੱਕ ਦੂਜਾ ਪੱਖ ਵੀ ਹੈ। ਮੈਂ ਕਹਿੰਦਾ ਕਿ ਜੇ ਤੁਸੀਂ ਸ਼ਰਾਰਤ ਕਰ ਰਹੇ ਹੋ, ਰਾਜਨੀਤੀ ਕਰ ਰਹੇ ਹੋ, ਕੁਝ ਵੀ ਕਰ ਰਹੇ ਹੋ, ਜੇ ਉਹਦਾ ਕੋਈ ਲਾਭ ਹੋ ਰਿਹਾ ਹੋਵੇ, ਜੇ ਤੇ ਉਹਦਾ ਕੋਈ ਲਾਭ ਹੋ ਰਿਹਾ, ਫਿਰ ਵੀ ਉਹਨੂੰ ਵਿਚਾਰੀਏ ਵੀ ਇਹ ਗੱਲ ਜਿਹੜੀ ਕੀਤੀ ਜਾ ਰਹੀ ਹੈ ਠੀਕ ਤੇ ਨਹੀਂ ਕਰ ਰਹੇ। ਲਾਭ ਤੇ ਉਹਦਾ ਕੋਈ ਹੋ ਨਹੀਂ ਰਿਹਾ। ਸਾਰੀ ਦੁਨੀਆ ਦੇ ਵਿੱਚ ਨਾ ਮਾਂ ਬੋਲੀ ਤੋਂ ਬਗੈਰ ਕੰਮ ਬਿਹਤਰ ਹੋ ਸਕਦਾ ਕਿਸੇ ਖਿੱਤੇ ਦਾ, ਨਾ ਜਿਹੜੀ ਸਭ ਤੋਂ ਅੱਜ ਦੇ ਜੀਵਨ ਦੇ ਵਿੱਚ ਜਿਹੜਾ ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਵਿਦਿਆ ਹੈ, ਸਿੱਖਿਆ, ਪੜ੍ਹਾਈ ਹੈ। ਜਿਸ ਦੇਸ਼ ਤੋਂ ਵਿਗਿਆਨੀ, ਇੰਜੀਨੀਅਰ, ਗਿਆਨੀ, ਸਾਰੇ ਜਿਹੜੇ ਹੁਨਰਮੰਦ ਸਾਰੇ ਜਿਹੜੇ ਪੈਦਾ ਹੋਣੇ ਨੇ, ਉਹ ਸਾਡੇ ਪੜ੍ਹਾਈ ਦੇ ਰਾਹੀਂ ਪੈਦਾ ਹੋਣੇ, ਸਿੱਖਿਆ ਦੇ ਰਾਹੀਂ ਪੈਦਾ ਹੋ ਰਹੇ ਨੇ। ਤਾਂ ਸਿੱਖਿਆ ਤੇ ਮਾਂ ਬੋਲੀ ਤੋਂ ਬਿਹਤਰ ਠੀਕ ਹੋ ਹੀ ਨਹੀਂ ਸਕਦੀ। ਇਸ ਕਰਕੇ ਜਦੋਂ ਇਹ ਸੰਪਰਕ ਭਾਸ਼ਾ, ਰਾਸ਼ਟਰ ਭਾਸ਼ਾ, ਰਾਜ ਭਾਸ਼ਾ ਇਹੋ ਜਿਹੀਆਂ ਗੱਲਾਂ ਕਰਕੇ ਮਾਂ ਬੋਲੀਆਂ ਨੂੰ ਸਿੱਖਿਆ ਵਰਗੇ ਖੇਤਰ ਚੋਂ ਬਾਹਰ ਕੱਢਿਆ ਜਾਂਦਾ ਹੈ, ਤੇ ਇਹਦਾ ਮਤਲਬ ਕਿ ਤੁਸੀਂ ਦੇਸ਼ ਦੀ ਤਬਾਹੀ ਦਾ ਮੁੱਢ ਬਣ ਰਹੇ ਹੋ। ਜਿਸ ਦੇਸ਼ ਦੀ ਸਿੱਖਿਆ ਖਰਾਬ ਹੋ ਗਈ, ਉਸ ਦੇਸ਼ 'ਚ ਨਾ ਚੰਗੇ ਵਿਗਿਆਨੀ ਪੈਦਾ ਹੋ ਸਕਦੇ ਨੇ, ਨਾ ਇੰਜੀਨੀਅਰ ਪੈਦਾ ਹੋ ਸਕਦੇ ਨੇ, ਨਾ ਗਿਆਨਵਾਨ ਹੋ ਸਕਦੇ ਨੇ, ਨਾ ਇਹੋ ਜਿਹੇ ਅਫਸਰ ਪੈਦਾ ਹੋ ਸਕਦੇ ਨੇ ਜਿਹੜੇ ਆਪਣੇ ਲੋਕਾਂ ਨਾਲ ਗੱਲ ਕਰ ਸਕਣ। ਆ ਸਾਡੇ ਜਿਹੜੇ ਪੜ੍ਹੇ ਲਿਖੇ ਨੇ ਬਹੁਤੇ, ਆ ਸਾਡੇ ਚੰਡੀਗੜ੍ਹ ਦੇ ਜਿਹੜੇ ਅਫਸਰ ਨੇ, ਇਹ ਪੰਜਾਬ ਦੇ ਪਿੰਡ ਦੇ ਬੰਦੇ ਨਾਲ ਗੱਲ ਨਹੀਂ ਕਰ ਸਕਦੇ। ਇਹਨਾਂ ਨੂੰ ਉਹਨਾਂ ਦੀ ਬੋਲੀ ਨਹੀਂ ਆਉਂਦੀ, ਔਰ ਉਹਨਾਂ ਨੂੰ ਜਿਹੜੀ ਅੱਧੀ ਹੁਣ ਅੰਗਰੇਜ਼ੀ ਬੋਲਦੇ ਨੇ, ਪੰਜਾਬੀ ਬੋਲਦੇ ਵੀ ਅੱਧੀ ਅੰਗਰੇਜ਼ੀ ਬੋਲਦੇ ਨੇ, ਉਹਨਾਂ ਨੂੰ ਇਹ ਨਹੀਂ ਹੁੰਦੀ, ਗੱਲ ਹੀ ਨਹੀਂ ਹੋ ਸਕਦੀ। ਦੇਸ਼ ਅੱਗੇ ਕਿਵੇਂ ਵੱਧ ਸਕਦਾ? ਔਰ ਹੋਰ ਜਿਹੜੀ ਗੱਲ ਮੈਂ ਜ਼ਰੂਰ ਹਰ ਵਾਰੀ ਦੁਹਰਾਉਣਾ ਵਾ ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਕਿ ਅੱਜ ਦੇ ਜ਼ਮਾਨੇ ਦੇ ਵਿੱਚ ਅੰਗਰੇਜ਼ੀ ਕੋਲ ਬੜੀ ਤਾਕਤ ਹੈ। ਅੰਗਰੇਜ਼ੀ ਦੇ ਨਾਲ ਤੁਸੀਂ ਦੁਨੀਆ ਦੇ ਵਿੱਚ ਬਹੁਤ ਥਾਵਾਂ ਤੇ ਗੱਲ ਕਰ ਸਕਦੇ ਹੋ ਕਿ ਹੋਰ ਨਾਲ ਨਹੀਂ ਗੱਲ ਸਕਦੇ। ਬਹੁਤ ਸਾਰਾ ਗਿਆਨ ਹੈ ਜਿਹੜਾ ਤੁਹਾਨੂੰ ਅੰਗਰੇਜ਼ੀ ਰਾਹੀਂ ਪ੍ਰਾਪਤ ਹੁੰਦਾ ਹੈ, ਉਹ ਤੁਹਾਨੂੰ ਮਤਲਬ ਹੋਰ ਬੋਲੀਆਂ ਰਾਹੀਂ ਨਹੀਂ ਹਾਲੇ ਪ੍ਰਾਪਤ ਹੁੰਦਾ। ਉਹ ਤੇ ਹੁਣ ਦੁਨੀਆ ਭਰ ਦੀ ਖੋਜ, ਜਿਵੇਂ ਤੁਸੀਂ ਸ਼ੁਰੂ 'ਚ ਗੱਲ ਕੀਤੀ ਹੋਈ ਹੈ, ਔਰ ਉਹ ਇਹ ਦੱਸਦੀ ਹੈ ਕਿ ਜੇ ਬਾਕੀ ਗੱਲਾਂ ਇੱਕੋ ਜਿਹੀਆਂ ਹੋਣ ਤਾਂ ਜਿਹੜਾ ਬੱਚਾ ਮਾਂ ਬੋਲੀ ਮਾਧਿਅਮ 'ਚ ਪੜ੍ਹੇਗਾ ਔਰ ਅੰਗਰੇਜ਼ੀ ਨੂੰ ਇੱਕ ਵਿਸ਼ੇ ਵਜੋਂ ਵੀ ਥੋੜਾ ਦੇਰ ਨਾਲ ਪੜ੍ਹੇਗਾ, 10-12 ਸਾਲ ਦੀ ਉਮਰ ਤੋਂ ਬਾਅਦ, ਉਹਨੂੰ ਅੰਗਰੇਜ਼ੀ ਬਿਹਤਰ ਆਵੇਗੀ। ਤਾਂ ਜੇ ਉਸ ਗੱਲ ਨੂੰ ਵੀ ਵੇਖ ਲਈਏ ਤਾਂ ਮਾਂ ਬੋਲੀ ਤੇ ਸਿੱਖਿਆ ਦੀ ਕਾਮਯਾਬੀ ਲਈ, ਲੋਕਾਂ ਦੇ ਆਪਸੀ ਸੰਪਰਕ ਲਈ, ਕੰਮਕਾਰ ਸੁਚਾਰੂ ਢੰਗ ਨਾਲ ਕੰਮਕਾਰ ਕਰਨ ਲਈ, ਸੰਪਰਕ ਬਿਹਤਰ ਬਣਾਉਣ ਲਈ, ਔਰ ਅੰਗਰੇਜ਼ੀ ਸਿੱਖਣ ਲਈ, ਸਾਰੇ ਕਾਸੇ ਲਈ ਮਾਂ ਬੋਲੀ ਦਾ ਕੋਈ ਬਦਲ ਨਹੀਂ ਹੈ। ਔਰ ਹੋਰ ਵੱਡੀ ਗੱਲ, ਬੰਦੇ ਨੂੰ ਸਿਰਫ ਆਪਾਂ ਵਿਗਿਆਨੀ ਨਹੀਂ ਬਣਾਉਣਾ, ਮਨੁੱਖ ਨੂੰ ਮਨੁੱਖ ਵੀ ਬਣਾਉਣਾ ਨਾ। ਮਨੁੱਖ ਕਿਵੇਂ ਬਣਦਾ? ਮਨੁੱਖ
ਚੰਗਾ ਮਨੁੱਖ ਕੀ ਹੁੰਦਾ ਹੈ? ਉਹ ਕਿਸੇ ਦੇ ਦੁੱਖ ਦਰਦ ਨੂੰ ਮਹਿਸੂਸ ਕਰਦਾ ਹੈ, ਉਹ ਆਪਣੇ ਲੋਕਾਂ ਦੇ ਦੁੱਖ ਦਰਦ ਨੂੰ ਮਹਿਸੂਸ ਕਰਦਾ ਹੈ, ਉਹਨੂੰ ਆਪਣੇ ਦੇਸ਼ ਨਾਲ ਪਿਆਰ ਹੁੰਦਾ ਹੈ, ਆਪਣੇ ਲੋਕਾਂ ਨਾਲ ਪਿਆਰ ਹੁੰਦਾ ਹੈ, ਆਲੇ ਦੁਆਲੇ ਨਾਲ ਪਿਆਰ ਹੁੰਦਾ ਹੈ। ਤੇ ਇਹ ਚੀਜ਼ਾਂ ਮਨੁੱਖ ਦੇ ਅੰਦਰ ਕਿੱਥੋਂ ਆਉਂਦੀਆਂ ਨੇ? ਇਹ ਚੀਜ਼ਾਂ ਸਾਨੂੰ ਆਪਣੇ ਇਤਿਹਾਸ ਚੋਂ, ਸਾਡੇ ਵਿਰਸੇ ਚੋਂ, ਸਾਡੇ ਵੱਡਿਆਂ ਦੀਆਂ ਕਹਾਣੀਆਂ ਪੜ੍ਹ ਕੇ, ਸਾਡਾ ਸਾਹਿਤ ਪੜ੍ਹ ਕੇ, ਸਾਡਾ ਜਿਹੜਾ ਇੱਕ ਧਰਮ ਦੇ ਧਾਰਮਿਕ ਵਿਰਸਾ ਹੁੰਦਾ ਹੈ, ਉਹਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਅਸੀਂ ਉੱਥੋਂ ਸਿੱਖਦੇ ਹਾਂ। ਔਰ ਜੇ ਮਾਂ ਭਾਸ਼ਾ ਆਉਂਦੀ ਮਾਂ ਬੋਲੀ ਨਾਲ ਹੀ ਤੁਸੀਂ ਜੁੜ ਸਕਦੇ ਹੋ। ਜਿੰਨਾ ਚਿਰ ਤੁਸੀਂ ਮਾਂ ਬੋਲੀ ਨਾਲ ਨਹੀਂ ਜੁੜਦੇ, ਪੰਜਾਬ ਦਾ ਸਾਹਿਤ, ਪੰਜਾਬੀ ਸਾਹਿਤ, ਪੰਜਾਬ ਦਾ ਗਿਆਨ, ਪੰਜਾਬ ਦੀਆਂ ਵੱਡਾ ਵਿਰਸਾ, ਉਹ ਸਾਰੇ ਨਾਲ ਤੁਸੀਂ ਕਿਵੇਂ ਜੁੜ ਸਕੋਗੇ? ਔਰ ਉਹਦੇ ਤੋਂ ਬਗੈਰ, ਵਿਰਸੇ ਤੋਂ ਬਗੈਰ, ਇਤਿਹਾਸ ਤੋਂ ਬਗੈਰ ਬੰਦਾ ਮਸ਼ੀਨ ਹੈ। ਬਿਲਕੁਲ। ਸੋ ਡਾਕਟਰ ਸਾਹਿਬ, ਜਿਹੜਾ ਇਹ ਮਸਲਾ ਹੈ, ਮੁੱਦਾ ਹੈ, ਇਹਦੇ ਤੇ ਕਰਨਾਟਕਾ ਦੇ ਲੀਡਰ ਬੋਲੇ ਨੇ, ਪੰਜਾਬ ਦਾ ਕੋਈ ਲੀਡਰ ਇਸ ਤੇ ਬੋਲਿਆ ਨਹੀਂ, ਚਾਹੇ ਕੋਈ ਵਿਰੋਧੀ ਧਿਰ ਦਾ ਹੋਵੇ, ਚਾਹੇ ਸੱਤਾ ਧਿਰ ਦਾ ਹੋਵੇ। ਕੀ ਕਾਰਨ ਹੈ ਕਿ ਇਹ ਮੁੱਦਾ ਇੰਪੋਰਟੈਂਟ ਨਹੀਂ ਲੱਗਦਾ ਸਾਡੇ ਲੀਡਰਾਂ ਨੂੰ? ਬਹੁਤ ਮਹੱਤਵਪੂਰਨ ਹੈ ਜੀ, ਹਰ ਤਰ੍ਹਾਂ ਨਾਲ ਹੀ ਮਹੱਤਵਪੂਰਨ ਹੈ। ਸਾਡੀਆਂ ਭਾਸ਼ਾਵਾਂ ਦੀ ਹੋਣੀ ਵਾਸਤੇ, ਉਹਨਾਂ ਦੇ ਭਵਿੱਖ ਵਾਸਤੇ, ਸਾਡਾ ਕੰਮਕਾਜ ਠੀਕ ਹੋਣ ਵਾਸਤੇ, ਔਰ ਸਭ ਤੋਂ ਵੱਡੀ ਗੱਲ ਜਿਹੜਾ ਇੱਕ ਦਲੀਲ ਦਿੱਤੀ ਜਾਂਦੀ ਹੈ, ਭਾਰਤ ਨੂੰ ਇੱਕ ਬਣਾਉਣਾ ਹੈ। ਭਾਰਤ ਦੇ ਏਕੇ ਲਈ, ਭਾਰਤ ਦੇ ਅਮਨ ਮਾਨ ਲਈ ਇਹ ਜ਼ਰੂਰੀ ਹੈ ਕਿ ਸਾਰੀਆਂ ਬੋਲੀਆਂ ਨੂੰ ਬਰਾਬਰ ਥਾਂ ਮਿਲੇ, ਉਹਨਾਂ ਦੀ ਬਰਾਬਰ ਸਮਾਨਤਾ ਹੋਵੇ। ਪਰ ਡਾਕਟਰ ਸਾਹਿਬ, ਇਹ ਸਾਡੇ ਪੰਜਾਬ ਦੇ ਲੀਡਰਾਂ ਦੀ ਚੁੱਪੀ ਦਾ ਮੇਰਾ ਸਵਾਲ ਹੈ ਕਿ ਇਹ ਕਿਉਂ ਚੁੱਪ ਰਹਿੰਦੇ ਨੇ ਇਹੋ ਜਿਹੇ ਇੰਪੋਰਟੈਂਟ ਮੁੱਦੇ ਤੇ? ਕਿਉਂਕਿ ਜੇ ਇਹ ਬਿਆਨ ਦੇਣਗੇ ਤਾਂ ਇਹਦੇ ਨਾਲ ਸਾਡੀ ਮਾਂ ਬੋਲੀ ਹੈ ਜਿਹੜੀ ਪੰਜਾਬੀ ਹੈ, ਤਾਂ ਉਹਦਾ ਕੱਦ ਉੱਚਾ ਨਹੀਂ ਹੋਏਗਾ। ਇਹੋ ਜਿਹੇ ਮੁੱਦਿਆਂ ਤੇ ਪੰਜਾਬੀ ਲੀਡਰ ਚੁੱਪ ਕਿਉਂ ਰਹਿੰਦੇ ਨੇ? ਕੀ ਸਮਝਦੇ ਹੋ? ਦੋਵੇਂ ਗੱਲਾਂ ਨੇ। ਜੇ ਅਸੀਂ ਕਹੀਏ ਕਿ ਇਹਨਾਂ ਨੂੰ ਸਮਝ ਨਹੀਂ ਹੈ ਤਾਂ ਵੀ ਉਹ ਪੰਜਾਬ ਲਈ ਨੁਕਸਾਨਦੇਹ ਹੈ। ਜੇ ਆਪਾਂ ਕਹੀਏ ਕਿ ਕੋਈ ਪੰਜਾਬੀ ਦੇ ਨਾਲ ਇਹਨਾਂ ਨੂੰ ਲਗਾਓ ਨਹੀਂ ਹੈ ਜਾਂ ਪੰਜਾਬ ਦੇ ਨਾਲ ਲਗਾਓ ਨਹੀਂ ਹੈ, ਤਾਂ ਉਹ ਹੋਰ ਵੀ ਮਾੜੀ ਗੱਲ ਹੈ। ਜੇ ਸਾਡੇ ਲੀਡਰ ਜਿਨ੍ਹਾਂ ਤੋਂ ਅਸੀਂ ਅਗਵਾਈ ਦੀ ਆਸ ਰੱਖਦੇ ਹਾਂ ਵੀ ਇਹ ਸਾਨੂੰ ਅੱਗੇ ਲੈ ਕੇ ਸਾਡੇ ਹਿੱਤਾਂ ਨੂੰ, ਸਾਡੇ ਜਿਹੜੇ ਹਿੱਤ ਨੇ, ਸਾਡੇ ਹੱਕ ਨੇ, ਉਹਨਾਂ ਨੂੰ ਸਾਨੂੰ ਅਗਵਾਈ ਦੇਣਗੇ, ਤੇ ਜੇ ਸਾਡੇ ਲੀਡਰਾਂ ਦਾ ਇਹ ਹਾਲ ਹੈ ਤਾਂ ਫਿਰ ਅਸੀਂ ਸੋਚ ਸਕਦੇ ਹਾਂ ਸਾਡਾ ਭਵਿੱਖ ਕੀ ਹੈ। ਇਹੀ ਕਾਰਨ ਹੈ ਕਿ ਮੈਨੂੰ ਲੱਗਦਾ ਹੈ ਕਿ ਹੁਣ ਪੰਜਾਬ ਦੇ ਲੋਕਾਂ ਨਹੀਂ, ਪੂਰੇ ਭਾਰਤ ਦੇ ਲੋਕਾਂ ਨੇ ਇਹ ਮਹਿਸੂਸ ਕਰ ਰਿਹਾ ਹੈ ਕਿ ਜਿਹੜੇ ਸਾਡੇ ਆਗੂ ਰਾਸ਼ਟਰੀ ਦਲਾਂ ਦੇ ਨੇ, ਜਿਨ੍ਹਾਂ ਨੂੰ ਅਸੀਂ ਅੱਗੇ ਲਾਇਆ ਹੋਇਆ ਔਰ ਜਿਨ੍ਹਾਂ ਦੇ ਅਸੀਂ ਨਾਲ ਜੁੜੇ ਹੋਏ ਹਾਂ ਵੀ ਇਹ ਸਾਡੇ ਹਿੱਤਾਂ ਦੀ ਰਾਖੀ ਕਰਨਗੇ, ਸਾਨੂੰ ਅੱਗੇ ਲੈ ਕੇ ਜਾਣਗੇ, ਉਹਨਾਂ ਤੋਂ ਲੋਕਾਂ ਨੇ ਆਸ ਛੱਡ ਦਿੱਤੀ ਹੁਣ। ਔਰ ਲੋਕ ਆਪਣੇ ਪੱਧਰ ਤੇ ਹੁਣ ਸਭ ਕੁਝ ਉਹ ਹਿਲਜੁਲ ਪੈਦਾ ਹੋ ਰਹੀ, ਚਾਰ ਸਫੇਰੇ। ਔਰ ਕਿਸਾਨ ਅੰਦੋਲਨ ਪਿੱਛੇ ਵੱਡਾ ਉਹ ਇਸ ਗੱਲ ਦੀ ਮਿਸਾਲ ਹੈ ਕਿ ਜਦੋਂ ਕਿਸਾਨਾਂ ਨੇ ਵੇਖਿਆ ਕਿ ਸਾਡੇ ਰਾਸ਼ਟਰੀ ਦਲ ਸਾਨੂੰ ਅਗਵਾਈ ਨਹੀਂ ਦੇ ਸਕਦੇ ਔਰ ਸਾਡੀਆਂ ਸੰਪੱਤੀਆਂ ਨੂੰ, ਸਾਡੀਆਂ ਜ਼ਮੀਨਾਂ ਨੂੰ ਹੁਣ ਖਤਰਾ ਪੈਦਾ ਹੋ ਗਿਆ, ਇਸ ਕਰਕੇ ਹੁਣ ਅਸੀਂ ਆਪ ਨਿਕਲੀਏ। ਤਾਂ ਮੈਂ ਆਸ ਕਰਨਾ ਆ ਕਿ ਲੋਕ ਬੋਲੀ ਦੇ ਮਾਮਲੇ ਦੇ ਉੱਤੇ ਵੀ ਇਸੇ ਤਰ੍ਹਾਂ ਹੀ ਲੋਕ ਆਪ ਨਿਕਲਣਗੇ। ਤੇ ਡਾਕਟਰ ਸਾਹਿਬ, ਜਿਵੇਂ ਤੁਸੀਂ ਚਿੰਤਾ ਜਤਾਈ ਸੀ ਕਿ ਜਿਹੜਾ ਇਹ ਸਭ ਕੁਝ ਹੋ ਰਿਹਾ ਹੈ, ਉਹਦਾ ਇੱਕੋ ਹੀ ਮਨਸ਼ਾ ਹੁੰਦੀ ਹੈ ਕਿ ਜਿਹੜੀਆਂ ਖੇਤਰੀ ਭਾਸ਼ਾਵਾਂ ਨੇ, ਬਾਕੀ ਜਿਹੜੀਆਂ ਭਾਸ਼ਾਵਾਂ ਹੈਗੀਆਂ ਨੇ, ਉਹਨਾਂ ਨੂੰ ਖਤਮ ਕਰਨਾ ਹੌਲੀ ਹੌਲੀ। ਤਾਂ ਜੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਅਜੇ ਦੇਵਗਨ ਨੇ ਬਿਆਨ ਦਿੱਤਾ, ਉਸ ਤੋਂ ਬਾਅਦ ਉੱਤੇ ਬਹਿਸ ਹੋਈ, ਫਿਰ ਹੋਰ ਲੋਕ ਇਹਦੇ ਵਿੱਚ ਆਏ ਕਿ ਇਹੋ ਜਿਹੇ ਜਿਹੜੇ ਹਾਲਾਤ ਹੁੰਦੇ ਨੇ ਉਹ ਨੁਕਸਾਨ ਕਰਦੇ ਨੇ, ਕਿ ਕੌਮੀ ਭਾਸ਼ਾ ਹਿੰਦੀ ਨੂੰ ਕਰਨ ਦੇ ਲਈ ਉਹ ਉਤਸ਼ਾਹਿਤ ਕਰਦੇ ਨੇ। ਮਤਲਬ ਇਹਦੇ ਨਾਲ ਕੋਈ ਫਰਕ ਪੈਂਦਾ? ਮੈਂ ਸਮਝਦਾ ਕਿ ਹਿੰਦੀ ਦਾ ਵੀ ਨੁਕਸਾਨ ਕਰ ਰਹੇ ਨੇ। ਹਿੰਦੀ ਨੂੰ ਜੇ ਕਦੇ ਹਿੰਦੀ ਹੌਲੀ ਚਲੋ ਲੋਕ ਜੇ ਸਿੱਖਦੇ ਜਾਣ, ਵੀ ਮੰਨ ਲਿਆ ਜਾਏ ਵੀ ਹਿੰਦੀ ਸੰਪਰਕ ਭਾਸ਼ਾ ਬਣਦੀ, ਉਹਦਾ ਵੀ ਨੁਕਸਾਨ ਕਰ ਰਹੇ ਨੇ। ਉਹ ਇਸ ਤਰ੍ਹਾਂ ਕਿ ਜਿਸ ਢੰਗ ਦੇ ਨਾਲ ਹਿੰਦੀ ਲੋਕਾਂ ਦੇ ਉੱਤੇ ਥੋਪਣਾ ਚਾਹੁੰਦੇ ਨੇ, ਉਸ ਢੰਗ ਦੇ ਨਾਲ ਉਹ ਹਿੰਦੀ ਦਾ ਵਿਰੋਧ ਹੋਰ ਵਧੇਗਾ। ਗੱਲ ਇਹ ਹੈ ਕਿ ਹਰ ਬੰਦੇ ਨੂੰ ਆਪਣੀ ਬੋਲੀ ਸਭ ਕੁਝ ਮਿਲੇ, ਜਿਹੜੀ ਉਹਨੂੰ ਲੋੜ ਹੈ ਉਹ ਆਪੇ ਸਿੱਖ ਲਵੇਗਾ। ਲੋਕਾਂ 'ਚ ਪਾੜਾ ਵੀ ਵਧਾਉਂਦੇ ਨੇ। ਵੇਖੋ, ਭਾਰਤ ਦਾ ਵਪਾਰ ਸਾਰੀ ਦੁਨੀਆ ਨਾਲ ਹੁੰਦਾ ਸੀ ਜੀ। ਭਾਰਤ ਦੁਨੀਆ ਦਾ ਸਭ ਤੋਂ ਖੁਸ਼ਹਾਲ ਖਿੱਤਾ ਸੀ, ਪੰਜਾਬ ਤੇ ਸਭ ਤੋਂ ਖੁਸ਼ਹਾਲ ਸੀ। 17ਵੀਂ ਸਦੀ ਵਿੱਚ ਦੁਨੀਆ ਦਾ ਜਿੰਨਾ ਦੌਲਤ ਪੈਦਾ ਹੁੰਦੀ ਸੀ ਹਰ ਸਾਲ, ਉਹਦਾ 22% ਭਾਰਤ ਵਿੱਚ ਪੈਦਾ ਹੁੰਦਾ ਸੀ। ਔਰ ਜਿੰਨਾ ਸਮਾਨ ਭਾਰਤ ਦਾ ਦੁਨੀਆ ਵਿੱਚ ਵਿਕਦਾ ਸੀ ਅੱਜ ਤੋਂ 200-300 ਸਾਲ ਪਹਿਲਾਂ, ਕਿਸੇ ਦੇਸ਼ ਦਾ ਨਹੀਂ ਸੀ ਵਿਕਦਾ। ਕੀ ਭਾਰਤ ਦੀ ਸਰਕਾਰ ਨੇ ਕੋਈ ਸੰਪਰਕ ਭਾਸ਼ਾ ਬਣਾ ਲਈ ਸੀ, ਅੰਤਰਰਾਸ਼ਟਰੀ ਭਾਸ਼ਾ ਬਣਾ ਲਈ ਸੀ ਵੀ ਜਾਓ ਤੁਸੀਂ ਵਪਾਰ ਕਰਨਾ ਤਾਂ ਤੁਹਾਨੂੰ ਆਹ ਭਾਸ਼ਾ ਸਿਖਾ ਦਈਏ? ਜਿਸ ਚੀਜ਼ ਦੀ ਲੋੜ ਹੁੰਦੀ ਹੈ ਉਹ ਆਪਣੇ ਆਪ ਇਹ ਲੋਕ ਸਿੱਖ ਲੈਣਗੇ। ਔਰ ਸਾਰੀਆਂ ਭਾਸ਼ਾਵਾਂ ਸਿੱਖਣ ਦੀ ਸਹੂਲਤ ਹੋਣੀ ਚਾਹੀਦੀ ਹੈ। ਲੋਕਾਂ ਨੂੰ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਨੇ, ਜਿੰਨੀਆਂ ਸਿੱਖਣ ਓਨੀਆਂ ਥੋੜ੍ਹੀਆਂ ਨੇ। ਪਰ ਥੋਪੇ ਜਾਣਾ ਹੋਰ ਗੱਲ ਹੈ, ਬੋਲੀਆਂ ਦਾ ਸਿੱਖਣਾ ਹੋਰ ਗੱਲ ਹੈ। ਥੋਪਣ ਦਾ ਮਤਲਬ ਹੈ ਕਿ ਤੁਸੀਂ ਲੋਕਾਂ ਨੂੰ ਮਾਂ ਬੋਲੀ ਤੋਂ ਵਿਰਵਿਰਿਆ ਕਰ ਰਹੇ ਹੋ ਔਰ ਉਹਦੇ ਨਾਲ ਜਿਹੜੇ ਬੜੇ ਵੱਡੇ ਨੁਕਸਾਨ ਨੇ ਉਹ ਜੁੜੇ ਹੋਏ ਨੇ ਔਰ ਉਹ ਨੁਕਸਾਨ ਤੁਸੀਂ ਕਰ ਰਹੇ ਹੋ। ਇਸ ਕਰਕੇ ਮੈਂ ਸਮਝਦਾ ਕਿ ਕਈਆਂ ਨੇ ਇੱਕ ਭਾਸ਼ਾਈ ਸੂਤਰ, ਦੋ ਭਾਸ਼ਾਈ ਸੂਤਰ, ਤਿੰਨ, ਮੈਂ ਕਹਿੰਦਾ ਸਿਰਫ ਇੱਕੋ ਭਾਸ਼ਾਈ ਸੂਤਰ ਹੋਣਾ ਚਾਹੀਦਾ। ਮਾਂ ਬੋਲੀ 'ਚ ਸਿੱਖਿਆ, ਮਾਂ ਬੋਲੀ 'ਚ ਉਸ ਖਿੱਤੇ ਦਾ ਕੰਮਕਾਜ, ਬਾਕੀ
ਹੋਰ ਬੋਲੀਆਂ ਦੀਆਂ ਸੁਵਿਧਾਵਾਂ ਹੋਣ, ਸਹੂਲਤਾਂ ਹੋਣ ਲੋਕਾਂ ਨੂੰ ਸਿੱਖਣ ਦੀਆਂ, ਔਰ ਜਿਹੜੀ ਜਿਸ ਨੂੰ ਲੱਗਦਾ ਕਿ ਸਾਨੂੰ ਇਸ ਬੋਲੀ ਦੀ ਲੋੜ ਹੈ ਲੋਕ ਸਿੱਖ ਲੈਣਗੇ। ਜੀ ਜੀ ਬਿਲਕੁਲ। ਸੋ ਡਾਕਟਰ ਸਾਹਿਬ, ਇੱਕ ਕਿਤਾਬ ਸਾਡੇ ਸਾਹਮਣੇ ਪਈ ਹੈ, ਡਾਕਟਰ ਜੋਗਾ ਸਿੰਘ ਹੋਣਾ ਦੀ ਹੀ ਲਿਖੀ ਹੋਈ ਹੈ। ਇਹਦਾ ਦੂਸਰਾ ਐਡੀਸ਼ਨ ਛਪਿਆ ਹੈ, ਭਾਖਾ ਦੇ ਮਾਮਲਿਆਂ ਬਾਰੇ ਕੌਮਾਂਤਰੀ ਖੋਜ, ਮਾਤ ਭਾਖਾ ਖੋਲਦੀ ਏ ਸਿੱਖਿਆ, ਗਿਆਨ ਤੇ ਅੰਗਰੇਜ਼ੀ ਦੇ ਬੂਹੇ। ਸੋ ਡਾਕਟਰ ਸਾਹਿਬ, ਮੈਂ ਹਲੇ ਪੜ੍ਹਨੀ ਹੈ, ਇਹ ਮੈਨੂੰ ਅੱਜ ਹੀ ਮਿਲੀ ਹੈ ਕਿਤਾਬ। ਸੋ ਇਹਦੇ ਵਿੱਚ ਕੀ ਹੈ, ਦਰਸ਼ਕਾਂ ਨੂੰ ਤੁਸੀਂ ਥੋੜਾ ਜ਼ਰੂਰ ਦੱਸ ਦਿਓ। ਕਈਆਂ ਨੂੰ ਲੱਗੂਗਾ ਕਿ ਭਾਸ਼ਾ ਸ਼ਬਦ ਗਲਤ ਲਿਖਿਆ। ਸਭ ਤੋਂ ਪਹਿਲਾਂ ਇਹ ਤੇ ਪਹਿਲੀ ਗੱਲ ਤੇ ਹੈ ਕਿ ਇਹਦੇ ਵਿੱਚ ਜਿਹੜਾ ਭਾਖਾ ਦੇ ਮਾਮਲਿਆਂ ਬਾਰੇ ਗੱਲਾਂ ਕੀ ਨੇ, ਇਹ ਦੁਨੀਆ ਭਰ ਦੇ ਵਿੱਚ ਜੋ ਖੋਜ ਹੋਈ ਹੈ ਬੋਲੀ ਦੇ ਮਾਮਲਿਆਂ ਬਾਰੇ, ਔਰ ਜੋ ਸਾਰੀ ਦੁਨੀਆ ਦਾ ਵਿਹਾਰ ਹੈ, ਖਾਸ ਤੌਰ ਤੇ ਜਿਹੜੀ ਕਾਮਯਾਬ ਦੁਨੀਆ ਦਾ ਵਿਹਾਰ ਹੈ, ਜਿਹੜੇ ਸਿੱਖਿਆ ਵਿੱਚ, ਗਿਆਨ, ਵਿਗਿਆਨ, ਤਕਨੀਕ, ਅਰਥਚਾਰੇ ਚ ਅੱਗੇ ਦੇਸ਼ ਨੇ, ਉਹਨਾਂ ਦਾ ਕੀ ਵਿਹਾਰ ਹੈ ਜੀ, ਉਹ ਸਾਰਾ ਇਹ ਉਹਦੇ ਵਿੱਚ ਇੱਕ ਤਰ੍ਹਾਂ ਦਾ ਸਾਰ ਦਿੱਤਾ ਗਿਆ ਹੈ। ਔਰ ਇਹਦੇ ਚ ਮੇਰੀ ਕੋਈ ਬਹੁਤੀ ਗੱਲ ਨਹੀਂ ਹੈ, ਮੈਂ ਤਾਂ ਸਾਰੀ ਜਿਹੜੀਆਂ ਗੱਲਾਂ ਉਹਨਾਂ ਨੂੰ ਇਕੱਠਾ ਕਰਕੇ ਮਾਰਾਂ ਦੀ ਰਾਏ ਔਰ ਜਿਹੜੀਆਂ ਨੀਤੀਆਂ ਦੁਨੀਆ ਤੇ ਚੱਲ ਰਹੀਆਂ ਨੇ ਉਹ ਸਾਰੀਆਂ ਇਹਦੇ ਚ ਪੇਸ਼ ਕੀਤੀਆਂ ਨੇ। ਔਰ ਇਹਦੇ ਜਿਹੜਾ ਪਹਿਲੀ ਕਾਇਆ ਸੀ ਉਹ ਥੋੜੀ ਛੋਟੀ ਸੀ। ਇਹਦੇ ਵਿੱਚ ਇੱਕ ਹੋਰ ਮੈਂ ਲੇਖ ਸ਼ਾਮਲ ਕੀਤਾ ਕਿ ਜਿਹੜੀ ਬੋਲੀ ਮਰਦੀ ਕਿਉਂ ਹੈ। ਉਹ ਜਿਹੜਾ ਯੂਨੈਸਕੋ ਨੇ ਕੁਝ ਕਾਰਕ ਦਿੱਤੇ ਨੇ ਵੀ ਜਿਨ੍ਹਾਂ ਆਧਾਰਾਂ ਦੇ ਉੱਤੇ ਅਸੀਂ ਕਿਸੇ ਬੋਲੀ ਦਾ ਮੁਲੰਕਣ ਕਰ ਸਕਦੇ ਹਾਂ ਵੀ ਇਹਨੂੰ ਕਿੰਨਾ ਖਤਰਾ ਕਿੰਨਾ ਨਹੀਂ ਹੈ, ਤਾਂ ਉਹਨਾਂ ਆਧਾਰਾਂ ਨੂੰ ਲੈ ਕੇ ਤੇ ਮੈਂ ਇਹਦੇ ਚ ਪੰਜਾਬੀ ਬੋਲੀ ਨੂੰ ਕਿੰਨਾ ਕੁ ਖਤਰਾ, ਪੰਜਾਬੀ ਭਾਸ਼ਾ ਨੂੰ ਕਿੰਨਾ ਕੁ ਖਤਰਾ, ਉਹ ਵੀ ਇਹਦੇ ਚ ਹੈ। ਤਾਂ ਉਹਦੇ ਤੁਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡੀ ਅੱਜ ਕੀ ਹਾਲਤ ਹੈ, ਸਾਨੂੰ ਕੀ ਖਤਰੇ ਨੇ ਔਰ ਕੀ ਧਿਆਨ ਦੇਣ ਦੀ ਲੋੜ ਹੈ। ਇੱਕ ਦੂਜੀ ਜਿਹੜੀ ਹੈ ਗੱਲ ਤੁਸੀਂ ਭਾਖਾ ਸ਼ਬਦ ਬਾਰੇ ਕੀਤੀ ਹੈ, ਉਹ ਮੈਂ ਇਹ ਦੱਸਣੀ ਚਾਹਾਂਗਾ ਕਿ ਮੈਂ ਇਹ ਸਮਝਦਾ ਕਿ ਜਿਹੜੀ ਪੰਜਾਬੀ ਹੈ ਔਰ ਭਾਰਤ ਦੀਆਂ ਹੋਰ ਬੋਲੀਆਂ ਵੀ, ਉਹਨਾਂ ਦੇ ਉੱਤੇ ਕਾਫੀ ਹੱਦ ਤੱਕ ਸੰਸਕ੍ਰਿਤ ਦਾ ਔਰ ਫਿਰ ਹੁਣ ਹਿੰਦੀ ਦਾ ਬਹੁਤ ਇੱਕ ਮਾਰੂ ਪ੍ਰਭਾਵ ਹੈ। ਉਹਦਾ ਦਖਲ ਜਿਹੜਾ ਹੈ ਇੰਨਾ ਜ਼ਿਆਦਾ ਹੋ ਗਿਆ ਹੈ ਕਿ ਉਹ ਪੰਜਾਬੀ ਲੱਗਦੀ ਹੋਈ ਨਹੀਂ, ਇੰਝ ਲੱਗਦਾ ਹੈ ਕਿ ਜਿਵੇਂ ਜਿਹੜਾ ਗੁਰਮੁਖੀ ਦੇ ਵਿੱਚ ਲਿਖੀ ਹੋਈ ਹਿੰਦੀ ਹੈ। ਤਾਂ ਇਸ ਕਰਕੇ ਮੈਂ ਯਤਨ ਕੀਤਾ ਹੈ ਕਿ ਜਿਹੜਾ ਹਿੰਦੀ ਦਾ ਪ੍ਰਭਾਵ ਪੰਜਾਬੀ ਦੇ ਉੱਤੇ ਪੈ ਰਿਹਾ, ਮੈਂ ਖੁਦ ਉਹਦਾ ਬਹੁਤ ਸ਼ਿਕਾਰ ਰਿਹਾ, ਕਿਉਂਕਿ ਜਿਹੜੀ ਅਸੀਂ ਪੰਜਾਬੀ ਸਿੱਖੀ ਆਪਣੇ ਪੜ੍ਹਾਈ ਦੇ ਦੌਰਾਨ, ਆਪਣੀ ਸਿੱਖਿਆ ਦੇ ਦੌਰਾਨ, ਸਾਨੂੰ ਉਹ ਪੰਜਾਬੀ ਉਹ ਜਿਹੜੀ ਕਿਤਾਬਾਂ 'ਚ ਸਿਖਾਈ ਗਈ। ਤਾਂ ਮੈਂ ਖੁਦ ਬੜੇ ਸੁਚੇਤ ਪੱਧਰ ਤੇ ਹੁਣ ਉਹਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਪੰਜਾਬੀ ਭਾਸ਼ਾ ਦਾ ਸੁਭਾਅ ਆ, ਪੰਜਾਬੀ ਦੀ ਜਿਹੜੀ ਸਹਿਜ ਜਿਹੜੀ ਉਹਦੀ ਬਣਤਰ ਹੈ, ਉਹਨੂੰ ਆਪਾਂ ਅਪਣਾਈਏ ਔਰ ਉਹਦਾ ਪ੍ਰਚਲਨ ਵਧਾਈਏ। ਔਰ ਜਿਹੜੀ ਸ਼ਬਦਾਵਲੀ ਆ, ਜਿਹੜੀਆਂ ਮੰਤਰਾਂ, ਜਿਹੜੀਆਂ ਨੇ ਚੀਜ਼ਾਂ, ਉਹ ਪੰਜਾਬੀ ਦੇ ਸੁਭਾਅ ਦੀਆਂ ਨਹੀਂ, ਬਾਹਰੋਂ ਆਈਆਂ ਨੇ ਪਰ ਪੰਜਾਬੀ ਸੁਭਾਅ ਨਾਲ ਮੇਲ ਨਹੀਂ ਖਾਂਦੀਆਂ, ਉਹਨਾਂ ਨੂੰ ਜਿਹੜਾ ਆ ਉਹਨਾਂ ਤੋਂ ਬਚਿਆ ਜਾਏ। ਔਰ ਬਾਹਰੋਂ ਅਸੀਂ ਲੈਨੇ ਆ ਸ਼ਬਦਾਵਲੀ, ਲੈਨੇ ਆ ਉਹ ਲੈਨੇ ਆ ਸੌਦਾ ਉਹਦੀ ਪੰਜਾਬੀਕਰਨ ਕਰਾਂਗੇ, ਹੈ ਨਾ ਜੀ। ਤਾਂ ਉਹਨੂੰ ਇਸ ਢੰਗ ਦੇ ਨਾਲ ਅਸੀਂ ਉਹ ਸ਼ਬਦਾਵਲੀ ਨੂੰ ਢਾਲਾਂਗੇ ਕਿ ਉਹ ਜਿਹੜੀ ਪੰਜਾਬੀ ਭਾਸ਼ਾ ਦੀ ਜਿਹੜੀ ਸਾਡੀ ਲੈਅ ਹੈ, ਉਹਦੀ ਜਿਹੜੀ ਰਵਾਨਗੀ ਹੈ, ਉਹਨੂੰ ਭੰਗ ਨਾ ਕਰੇ। ਮੈਂ ਇਹਦੇ ਚ ਪੂਰਾ ਯਤਨ ਕੀਤਾ ਹੈ, ਇਸ ਲਈ ਮੈਂ ਭਾਸ਼ਾ ਨੂੰ ਭਾਖਾ ਲਿਖਿਆ। ਔਰ ਹੋਰ ਵੀ ਬਹੁਤ ਸ਼ਬਦ ਨੇ। ਪਿਛਲਾ ਬਿਲਕੁਲ ਜਿਹੜਾ ਪਿੱਛੇ ਲਾਸਟ ਵਾਲੇ ਪੇਜ ਤੇ ਲਿਖਿਆ ਹੋਇਆ ਪੰਨੇ ਤੇ ਜੇਬੀ, ਉਹ ਮੈਂ ਵੀ ਪੁੱਛ ਰਹੀ ਸੀ, ਜੇਬੀ ਜਿਵੇਂ ਜੇਬੀ ਕਹਿ ਰਹੀ ਸੀ ਤਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਜੇਬੀ ਮਤਲਬ ਮੋਬਾਈਲ, ਜਿਹੜਾ ਜੇਬ ਚ ਪਾਉਣ ਵਾਲਾ ਮੋਬਾਈਲ, ਉਹ ਲਿਖਿਆ ਹੋਇਆ। ਇਸ ਤੋਂ ਬਾਅਦ ਬਿਜ ਡਾਕ ਵੀ ਲਿਖਿਆ ਹੋਇਆ ਡਾਕਟਰ ਸਾਹਿਬ। ਬਿਜ ਡਾਕ ਦਾ ਕਿ ਜਿਵੇਂ ਇਲੈਕਟ੍ਰੋਨਿਕ ਮੇਲ ਹੈ, ਤਾਂ ਮੈਂ ਪਹਿਲਾਂ ਉਹਨੂੰ ਆਖਿਆ ਬਿਜਲਈ ਡਾਕ, ਫਿਰ ਬਿਜ ਡਾਕ ਬਣ ਗਿਆ। ਹੁਣ ਕੋਈ ਸੱਜਣ ਨੇ ਉਹ ਬਿਡਾ ਕੇ ਉਹਨੂੰ ਲਿਖਦੇ ਨੇ, ਜਿਵੇਂ ਇਲੈਕਟ੍ਰੋਨਿਕ ਮੇਲ ਤੋਂ ਈਮੇਲ ਬਣ ਗਿਆ, ਤੇ ਬਿਜਲਈ ਡਾਕ ਤੋਂ ਹੌਲੀ ਹੌਲੀ ਉਹ ਬਿਡਾਕ ਬਣ ਗਿਆ। ਨਵੇਂ ਸ਼ਬਦ ਯਾਨੀ ਕਿ ਜਿਹੜੇ ਅਸੀਂ ਆਪਸ ਦੇ ਵਿੱਚ ਬਿਡਾ ਕੇ ਲਿਖਦੇ ਹਾਂ। ਠੀਕ ਹੈ। ਸੋ ਡਾਕਟਰ ਸਾਹਿਬ, ਮੈਂ ਆਖਰੀ ਸਵਾਲ ਪੁੱਛੂੰਗੀ, ਭਾਸ਼ਾ ਦਾ ਇਨਸਾਨ ਦੇ ਨਾਲ, ਮਾਤ ਭਾਸ਼ਾ ਦਾ ਇਨਸਾਨ ਦੇ ਨਾਲ ਕੀ ਰਿਸ਼ਤਾ ਹੁੰਦਾ ਹੈ? ਉਹਦੀ ਹੋਂਦ ਦੇ ਵਿੱਚ ਕਿੰਨਾ ਕੁ ਸਹਾਈ ਹੁੰਦੀ ਹੈ? ਤੁਹਾਡੇ ਤੋਂ ਜੇ ਪਰਸਨਲੀ ਪੁੱਛਾਂ, ਤੁਸੀਂ ਪੰਜਾਬੀ ਤੇ ਭਾਸ਼ਾਵਾਂ ਤੇ ਇੰਨਾ ਕੰਮ ਕੀਤਾ, ਤੁਹਾਡਾ ਪੰਜਾਬੀ ਨਾਲ ਕੀ ਰਿਸ਼ਤਾ ਹੈ? ਵੇਖਿਆ ਜਾਏ ਤਾਂ ਬੰਦਾ ਉਹਦੀ ਭਾਸ਼ਾ ਹੀ ਹੈ, ਬੰਦਾ ਬੋਲੀ ਹੋਈ ਹੈ ਕਿ ਮਨੁੱਖ ਜਨਮ ਲੈਂਦਾ ਹੈ, ਉਹਦਾ ਜਿਹੜਾ ਸਮਾਜੀਕਰਨ ਹੁੰਦਾ ਹੈ, ਜਿਹੜਾ ਮਨੁੱਖ ਬਣਦਾ ਜੰਮਣ ਤੋਂ ਬਾਅਦ, ਜਿੰਨੀਆਂ ਕਦਰਾਂ, ਕੀਮਤਾਂ, ਸੰਵੇਦਨਾ, ਸਭ ਕੁਝ, ਗਿਆਨ, ਜਾਣਕਾਰੀ ਉਹ ਹਾਸਲ ਕਰਦਾ ਹੈ, ਉਹ ਬੋਲੀ ਦੇ ਰਾਹੀਂ ਹਾਸਲ ਕਰਦਾ ਹੈ, ਭਾਸ਼ਾ ਦੇ ਰਾਹੀਂ ਹਾਸਲ ਕਰਦਾ ਹੈ। ਇਸ ਕਰਕੇ ਜਿਹੜੀ ਭਾਸ਼ਾ ਦੇ ਰਾਹੀਂ ਉਹ ਸਾਰੀਆਂ ਚੀਜ਼ਾਂ ਸਹਿਜ ਰੂਪ 'ਚ ਔਰ ਬਿਹਤਰ ਹਾਸਲ ਕਰ ਸਕਦਾ ਹੈ, ਔਰ ਜਿਹੜੀ ਬੋਲੀ ਦੇ ਰਾਹੀਂ ਉਹ ਆਪਣੇ ਸਮਾਜ ਨਾਲ ਬਿਹਤਰ ਸੁਖ ਸਕਦਾ ਹੈ, ਆਪਣੇ ਵਿਰਸੇ ਨਾਲ ਬਿਹਤਰ ਜੁੜ ਸਕਦਾ ਹੈ, ਗਿਆਨ ਵਿਗਿਆਨ ਨਾਲ ਬਿਹਤਰ ਜੁੜ ਸਕਦਾ ਹੈ, ਉਹ ਬੋਲੀ ਜਿਹੜੀ ਉਹਦੇ ਲਈ ਜ਼ਿਆਦਾ ਮਹੱਤਵ ਰੱਖਦੀ ਹੈ। ਤੇ ਇਸੇ ਕਰਕੇ ਦੁਨੀਆ ਦਾ ਕੋਈ ਅਜਿਹਾ ਦੇਸ਼ ਨਹੀਂ ਹੈ ਜਿਹਨੇ ਆਪਣੀ ਮਾਂ ਬੋਲੀ 'ਚ ਵਿਦਿਆ, ਕੰਮਕਾਜ ਨਾ ਕਰਦਾ ਹੋਵੇ ਪਰ ਉਹ ਬਹੁਤ ਤਰੱਕੀ ਕਰ ਰਿਹਾ ਹੋਵੇ ਜਾਂ ਉਹਨੇ ਬਹੁਤ ਵਿਕਾਸ ਕੀਤਾ ਹੋਵੇ। ਤਾਂ ਇਹ ਸਭ ਤੋਂ ਵੱਡਾ ਸਬੂਤ ਇਹ ਹੀ ਹੁੰਦਾ ਹੈ। ਭਾਈ ਵੇਖ ਲਵੋ ਇਤਿਹਾਸ ਕੀ ਦੱਸਦਾ ਹੈ, ਜਿਹੜੇ ਕਾਮਯਾਬ ਦੇਸ਼ ਨੇ, ਸਫਲ ਦੇਸ਼ ਨੇ, ਉਹ ਕੀ ਕਰ ਰਹੇ ਨੇ, ਉਹਨਾਂ ਦਾ ਵਿਹਾਰ ਕੀ ਦੱਸਦਾ ਹੈ, ਤਾਂ ਆਪਾਂ ਉਹਨੂੰ ਅਪਣਾਈਏ।
ਜੀ 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 ਡਾਕਟਰ ਸਾਹਿਬ, ਇੱਕ ਸਵਾਲ ਜਾਂਦੇ ਜਾਂਦੇ ਮੇਰੇ ਮਨ 'ਚ ਹੋਰ ਆ ਗਿਆ। ਜਿਸ ਮੁੱਦੇ ਨੂੰ ਲੈ ਕੇ ਅਸੀਂ ਗੱਲਬਾਤ ਸ਼ੁਰੂ ਕੀਤੀ ਸੀ, ਤੁਸੀਂ ਦੱਸਿਆ ਕਿ ਜਿਹੜੇ ਲੋਕ ਹਿੰਦੀ ਨੂੰ ਕੌਮੀ ਭਾਸ਼ਾ ਕਹਿ ਰਹੇ ਨੇ, ਅਜੇ ਦੇਵਗਨ ਵਰਗੇ, ਉਹ ਖੁਦ ਵੀ ਹਿੰਦੀ ਭਾਸ਼ਾ ਦਾ, ਹਿੰਦੀ ਬੋਲੀ ਦਾ ਨੁਕਸਾਨ ਕਰ ਰਹੇ ਨੇ। ਇਹਨਾਂ ਨੂੰ ਮਿਲਦਾ ਕੀ ਹੈ ਫਿਰ, ਕਿਉਂ ਕਰਦੇ ਨੇ? ਉਹਨਾਂ ਦੇ ਦਿਮਾਗ 'ਚ ਇਹ ਵੇ ਕਿ ਮੇਰੇ ਖਿਆਲ ਭਰਮ ਹੁੰਦੇ ਨੇ ਕਿ ਭਾਰਤ ਨੂੰ ਇੱਕ ਰੱਖਣ ਵਾਸਤੇ ਇੱਕ ਭਾਸ਼ਾ ਹੋਣੀ ਜ਼ਰੂਰੀ ਹੈ। ਇਹ ਗੁਆਂਢ, ਇਹ ਕੱਲ ਦੀ ਗੱਲ ਹੈ 1971 ਦੀ, ਕਿ ਪਾਕਿਸਤਾਨ ਤੇ ਬੰਗਲਾਦੇਸ਼ ਦੋ ਦੇਸ਼ ਬਣੇ, ਇਸੇ ਗੱਲ ਕਰਕੇ ਬਣੇ ਕਿ ਪਾਕਿਸਤਾਨ ਵਾਲੇ ਕਹਿੰਦੇ ਸੀ ਕਿ ਉਰਦੂ ਨੂੰ ਅਸੀਂ ਕੌਮੀ ਭਾਸ਼ਾ, ਰਾਸ਼ਟਰੀ ਭਾਸ਼ਾ ਬਣਾਉਣਾ ਹੈ, ਤਾਂ ਉਹਨਾਂ ਬੰਗਾਲ ਵਾਲੇ ਕਿ ਬੰਗਲਾ ਪਾਖੀ ਜਿਹੜੇ ਸਨ ਉਹ ਕਹਿਣ ਲੱਗੇ ਕਿ ਵਿੱਚ ਬੰਗਲਾ ਨੂੰ ਵੀ ਸ਼ਾਮਿਲ ਕਰੋ, ਦੂਜਿਆਂ ਨੂੰ ਵੀ ਸ਼ਾਮਿਲ ਕਰੋ। ਇਸ ਗੱਲ ਤੋਂ ਟਕਰਾਅ ਵੱਧਦੇ ਵੱਧਦੇ ਆਖਿਰ ਜਿਹੜਾ ਦੇਸ਼ ਬਣ ਗਿਆ। ਦੁਨੀਆ ਦੇ ਉੱਤੇ ਜਿੰਨੇ ਵੀ ਦੇਸ਼ ਬਣੇ ਨੇ, ਫਰਾਂਸ ਹੈ, ਜਰਮਨੀ ਹੈ, ਸਪੇਨ ਹੈ, ਇੰਗਲੈਂਡ ਹੈ, ਤੁਸੀਂ ਵੇਖੋ ਸਾਰੇ ਭਾਸ਼ਾ ਦੇ ਨਾਲ ਸਾਰੇ ਵੱਖ-ਵੱਖ ਭਾਸ਼ਾਵਾਂ ਦੇ ਆਧਾਰ ਤੇ, ਬੋਲੀਆਂ ਦੇ ਆਧਾਰ ਤੇ ਮਿਲਦੇ। ਜੇ ਕੋਈ ਦੇਸ਼ ਬਹੁਤੇ ਜਿਹੜੇ ਬਹੁਪਾਖੀ ਨੇ ਬਣ ਵੀ ਗਏ ਦੇਸ਼ ਇਤਿਹਾਸਕ ਕਾਰਨਾਂ ਕਰਕੇ, ਜਿਵੇਂ ਸਾਡਾ ਦੇਸ਼ ਬਣ ਗਿਆ। ਪਹਿਲਾਂ ਮੁਗਲਾਂ ਨੇ ਇਕੱਠਾ ਕੀਤਾ ਇਹਨੂੰ, ਦਰਾਵੜ ਭਾਰਤ ਨੂੰ ਭਾਰਤ 'ਚ ਮਿਲਾਇਆ, ਫਿਰ ਅੰਗਰੇਜ਼ ਆਏ, ਉਹਨਾਂ ਨੇ ਉੱਤਰ ਪੂਰਬੀ ਭਾਰਤ ਨੂੰ ਨਾਮ ਮਿਲਾਤਾ, ਇਹ ਸਾਡਾ ਇੱਕ ਦੇਸ਼ ਬਣ ਗਿਆ। ਤੋਂ ਇਕੱਠੇ ਰਹਿਣ 'ਚ, ਵੱਡਾ ਕੁੜਬਾ ਹੋਣ 'ਚ, ਚੋਖੇ ਹੋਣ 'ਚ ਤਾਕਤ ਹੁੰਦੀ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਸਮਾਨਤਾ, ਜਿੰਨਾ ਚਿਰ ਸਮਾਨਤਾ ਨਹੀਂ ਉੱਥੇ ਏਕਾ ਵੀ ਨਹੀਂ ਰਹਿ ਸਕਦਾ। ਬਿਲਕੁਲ। ਇਸ ਕਰਕੇ ਭਾਰਤ ਦੇ ਏਕੇ ਵਾਸਤੇ ਜ਼ਰੂਰੀ ਹੈ ਕਿ ਹਰ ਇੱਕ ਪਾਖੀ ਇਹ ਸਮਝੇ ਕਿ ਮੇਰੀ ਬੋਲੀ ਦੀ, ਮੇਰੀ ਭਾਸ਼ਾ ਦੀ ਇਸ ਦੇਸ਼ ਦੇ ਵਿੱਚ ਉਹੀ ਥਾਂ ਹੈ ਜੋ ਕਿਸੇ ਵੀ ਹੋਰ ਪਾਖੀ ਦੀ ਥਾਂ ਹੈ। ਜੇ ਉਹਨੂੰ ਲੱਗੇਗਾ ਕਿ ਮੇਰੀ ਥਾਂ ਉਹ ਨਹੀਂ ਹੈ, ਤਾਂ ਉਹ ਅਸੀਂ ਭਾਰਤ ਦੇ ਏਕੇ ਲਈ ਔਰ ਵੀ ਨੁਕਸਾਨ ਦੇਵੇ, ਔਰ ਉਸ ਭਾਸ਼ਾ ਲਈ ਵੀ ਨੁਕਸਾਨ ਦੇ ਜਿਹਨੂੰ ਆਪਾਂ ਥੋਪਣਾ ਚਾਹੁੰਦੇ ਹਾਂ, ਕਿਉਂ ਫਿਰ ਟਕਰਾਅ ਪੈਦਾ ਹੋਣਗੇ, ਵਿਰੋਧ ਹੋਏਗਾ। ਤੇ ਜਿੰਨਾ ਕੋ ਲੋਕਾਂ ਨੇ ਉਹਨੂੰ ਲੋੜ ਵਜੋਂ ਸਵੀਕਾਰ ਕਰਨ ਦੀ ਇੱਕ ਪ੍ਰਵਿਰਤੀ ਹੁੰਦੀ ਵੀ ਹੈ, ਉਹਨੂੰ ਵੀ ਛੱਡ ਦੇਣਗੇ। ਜੀ ਜੀ ਬਿਲਕੁਲ। ਸੋ ਸਾਰੀ ਗੱਲਬਾਤ ਦਾ ਨਿਚੋੜ ਇਹੀ ਨਿਕਲਦਾ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਭਾਰਤ ਦੀ ਕੋਈ ਵੀ ਕੌਮੀ ਭਾਸ਼ਾ ਇੱਕ ਨਹੀਂ ਹੈ। ਭਾਰਤ ਦੇ ਵਿੱਚ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਉਹਨਾਂ ਨੂੰ ਸੰਵਿਧਾਨ ਦੇ ਵਿੱਚ ਦਰਜਾ ਹਾਸਲ ਹੈ। ਤੇ ਦੂਸਰਾ ਜਿਹੜਾ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਦੇ ਵਿੱਚ ਸਾਹਮਣੇ ਆਇਆ ਕਿ ਇਹ ਜੋ ਮੁੱਦੇ ਖੜੇ ਕੀਤੇ ਜਾਂਦੇ ਨੇ, ਅਣਜਾਣਪੁਣੇ ਵਿੱਚ ਜਾਂ ਜਾਣਬੁੱਝ ਕੇ ਖੜੇ ਕੀਤੇ ਜਾਂਦੇ ਨੇ, ਸਿਰਫ ਤੇ ਸਿਰਫ ਲੋਕਾਂ ਨੂੰ ਪਾੜਨ ਦੇ ਲਈ ਅਤੇ ਜਿਹੜਾ ਹੈਗਾ ਵੱਖਰੇਵੇਂ ਪੈਦਾ ਕਰਨ ਦੇ ਲਈ ਕੀਤੇ ਜਾਂਦੇ ਨੇ, ਜਿਨ੍ਹਾਂ ਦਾ ਨੁਕਸਾਨ ਹੀ ਹੁੰਦਾ। ਤੇ ਅਜਿਹੇ ਮਸਲਿਆਂ ਦੇ ਵਿੱਚ ਸਾਡੀ ਸਾਰੇ ਆਮ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਿਆਣਪ ਤੋਂ ਕੰਮ ਲਈਏ, ਆਪੋ ਆਪਣੀ ਜਿਹੜੀ ਮਾਤ ਭਾਸ਼ਾ ਹੈ ਉਸ ਨੂੰ ਮਾਣ ਦੇ ਨਾਲ ਅਸੀਂ ਪ੍ਰਚਾਰੀਏ, ਸਵੀਕਾਰੀਏ ਅਤੇ ਸਾਰੀਆਂ ਭਾਸ਼ਾਵਾਂ ਦੀ ਇੱਜ਼ਤ ਕਰੀਏ। ਇਹੋ ਜਿਹੇ ਜਿਹੜੇ ਮੁੱਦੇ ਖੜੇ ਕੀਤੇ ਜਾਂਦੇ ਨੇ, ਸਾਡੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਆ ਜਾਂਦਾ ਕਿ ਸਾਡੀ ਭਾਸ਼ਾ ਬਹੁਤ ਉੱਤਮ ਹੈ, ਦੂਸਰੀਆਂ ਸ਼ਾਇਦ ਥੱਲੇ ਨੇ। ਸਾਰਿਆਂ ਨੂੰ ਸਮਾਨ ਜਿਹੜਾ ਦਰਜਾ ਉਹ ਹੋਣਾ ਚਾਹੀਦਾ, ਸਾਰਿਆਂ ਦਾ ਸਮਾਨ ਸਤਿਕਾਰ ਹੈ ਜਿਹੜਾ ਉਹ ਹੋਣਾ ਚਾਹੀਦਾ। ਸੋ ਬਹੁਤ ਮਾਣ ਦੇ ਨਾਲ ਅਸੀਂ ਵੀ ਕਹਾਂਗੇ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਸਾਨੂੰ ਮਾਣ ਹੈ। ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਟੂਡੀਓ ਦੇ ਵਿੱਚ ਆਉਣ ਦੇ ਲਈ। ਸਾਰੇ ਦਰਸ਼ਕਾਂ ਦਾ ਵੀ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਸਾਰਿਆਂ ਨੂੰ ਫਿਰ ਬੇਨਤੀ ਹੈ ਕਿ ਇਹਨਾਂ ਮਾਮਲਿਆਂ ਬਾਰੇ ਥੋੜੀ ਜਾਣਕਾਰੀ ਕਰੋ। ਔਰ ਮੈਂ ਖਾਸ ਤੌਰ ਤੇ ਜਿਹੜੇ ਹਿੰਦੀ ਦੇ ਬੜੇ ਵੀਰ ਨੇ, ਜਿਨ੍ਹਾਂ ਨੂੰ ਹਿੰਦੀ ਨਾਲ ਪ੍ਰੇਮ ਹੈ, ਮੈਂ ਉਹਨਾਂ ਨੂੰ ਖਾਸ ਤੌਰ ਤੇ ਬੇਨਤੀ ਕਰਨਾ ਚਾਹਨਾ ਕਿ ਹਿੰਦੀ ਮਰ ਰਹੀ ਹੈ, ਉੱਤਰ ਪ੍ਰਦੇਸ਼ 'ਚ ਮਰ ਰਹੀ ਹੈ, ਹਰਿਆਣੇ 'ਚ ਮਰ ਰਹੀ ਹੈ, ਔਰ ਅੰਗਰੇਜ਼ੀ ਹਿੰਦੀ ਨੂੰ ਉਹਦੇ ਘਰ 'ਚੋਂ ਬਾਹਰ ਕੱਢ ਰਹੀ ਹੈ। ਜੇ ਤੁਹਾਨੂੰ ਹਿੰਦੀ ਦੀ ਚਿੰਤਾ ਤਾਂ ਸਭ ਤੋਂ ਪਹਿਲਾਂ ਹਿੰਦੀ ਨੂੰ ਉੱਥੇ ਬਚਾ ਲਓ, ਉਸ ਤੋਂ ਬਾਅਦ ਦੂਜੀਆਂ ਗੱਲਾਂ ਬਾਰੇ ਸੋਚਾਂਗੇ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।